ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਿੱਖ ਚੈਨਲ ਦੇ ਵਿਹੜੇ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ ਔਰ ਸਾਰਿਆਂ ਨੂੰ ਆਖਾਂਗੇ ਜਿਉਂ ਨੂੰ ਸ਼ੁਭ ਸਵੇਰ। ਬਰਤਾਨੀਆ ਵਿੱਚ ਹੋ ਚੁੱਕੀ ਹੈ, ਪਰ ਸਾਡੇ ਜੇ ਕਹਿ ਦਈਏ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਸਾਡਾ ਪ੍ਰੋਗਰਾਮ ਜਾ ਰਿਹਾ ਹੈ, ਉੱਥੇ ਸ਼ਾਇਦ ਸ਼ਾਮ ਹੋਈ ਹੋਵੇਗੀ। ਪਰ ਅਸੀਂ ਆਖਾਂਗੇ ਸਾਡੇ ਸਾਰੇ ਯੂਰਪ ਦੇ ਦਰਸ਼ਕਾਂ ਨੂੰ ਨਿੱਘੀ ਨਿੱਘੀ ਸ਼ੁਭ ਪ੍ਰਭਾਤ, ਸ਼ੁਭ ਸਵੇਰਾ ਮੁਬਾਰਕ ਹੋਵੇ। ਉਮੀਦ ਹੈ ਤੁਹਾਡੇ ਜਿਹੜੇ ਪਿਛਲੇ ਕੁਝ ਸਮਾਂ ਜੋ ਅਸੀਂ ਵਿਸਾਖੀ ਦਾ ਜੋ ਗੁਰਪੁਰਬ ਮਨਾਏ ਨੇ ਉਸ ਦੇ ਵਿੱਚ ਤੁਹਾਡਾ ਪ੍ਰੋਗਰਾਮ, ਤੁਹਾਡੇ ਦਿਨ ਜਿਹੜੇ ਬਹੁਤ ਵਧੀਆ ਲੰਘੇ ਹੋਣਗੇ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਵੀ ਤੁਹਾਡੇ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਤੇ ਅੱਜ ਬੁੱਧਵਾਰ ਦੀ ਸਵੇਰ ਦੇ ਵਿੱਚ ਤੁਹਾਡਾ ਅਸੀਂ ਹਮੇਸ਼ਾ ਹੀ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਤੁਹਾਨੂੰ ਪਤਾ ਹੈ ਕਿ ਇਹ ਜਦੋਂ ਸਵੇਰ ਹੁੰਦੀ ਹੈ, ਨਵੇਂ ਸਾਡੇ ਸੁਪਨੇ ਜਾਗਦੇ ਨੇ, ਨਵੀਆਂ ਸਾਡੀਆਂ ਉਮੀਦਾਂ ਜਾਗਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੋ ਅਸੀਂ ਦੁਨੀਆ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਜਿਹੜੇ ਕਿ ਸਾਡੇ ਪਿਆਰੇ ਪਿਆਰੇ ਦਰਸ਼ਕ ਸਾਨੂੰ ਆਪਣੇ ਸੁਝਾਅ ਵੀ ਦਿੰਦੇ ਨੇ, ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਵੇਰ ਹੋ ਚੁੱਕੀ ਹੈ ਤੇ ਆਓ ਫਿਰ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੇਣ ਤੋਂ ਪਹਿਲਾਂ ਤੁਹਾਨੂੰ ਅਸੀਂ ਆਖਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਪਵਿੱਤਰ ਗੁਰਪੁਰਬ ਆ ਰਿਹਾ ਹੈ, ਉਸ ਦੀ ਵੀ ਅਸੀਂ ਸਿੱਖ ਚੈਨਲ ਦੇ ਸਾਰੇ ਸਮੂਹ ਸਟਾਫ ਦੇ ਵੱਲੋਂ ਬਹੁਤ ਬਹੁਤ ਵਧਾਈ ਪੇਸ਼ ਕਰਾਂਗੇ। ਔਰ ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਨਾਮਲੇਵਾ ਬੈਠੀਆਂ ਨੇ, ਗੁਰੂ ਨਾਨਕ ਨਾਮਲੇਵਾ ਸੰਗਤ ਬੈਠੀ ਹੈ, ਉਹ ਗੁਰੂ ਤੇਗ ਬਹਾਦਰ ਜੀ ਦਾ ਇਹ ਪ੍ਰਕਾਸ਼ ਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਉਣ ਦੀ ਤਿਆਰੀ ਕਰ ਰਹੇ ਹੋਣਗੇ, ਜਿਹੜਾ ਕਿ ਕੱਲ ਨੂੰ ਆ ਰਿਹਾ ਹੈ। ਉਹਦੇ ਬਾਰੇ ਤੁਹਾਨੂੰ ਅਸੀਂ ਹੋਰ ਜਾਣਕਾਰੀ ਵੀ ਲੈ ਕੇ ਆਵਾਂਗੇ। ਗੁਰੂ ਤੇਗ ਬਹਾਦਰ ਜੀ ਦੀ ਜੇ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਸਾਰੀ ਹੀ ਦੁਨੀਆ ਦੀ ਮਨੁੱਖਤਾ ਦੀ ਗੱਲ ਕੀਤੀ ਆ, ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਆ, ਉਹਨਾਂ ਦੇ ਧਰਮ ਨੂੰ ਬਚਾਉਣ ਦੀ ਗੱਲ ਕੀਤੀ ਹੈ। ਜਦੋਂ ਅਸੀਂ ਅੱਜ ਕੱਲ੍ਹ ਦੇਖਦੇ ਆ ਜੋ ਐਮਨੈਸਟੀ ਇੰਟਰਨੈਸ਼ਨਲ ਹੈ, ਉਹਨਾਂ ਦੀ ਵੀ ਜੇ ਕਹਿ ਦਈਏ ਕਿ ਸਾਡੇ ਗੁਰੂਆਂ ਨੇ ਹੀ ਨਹੀਂ ਰੱਖੀ ਆ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਔਰ ਉਹਨਾਂ ਨੇ ਕਿਹਾ, ਗੁਰੂ ਸਾਹਿਬ ਨੇ ਕਿਹਾ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਹੋ। ਸੋ ਇੱਕ ਵਾਰ ਫਿਰ ਸਾਰੇ ਹੀ ਦਰਸ਼ਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਇਸ ਗੁਰਪੁਰਬ ਦੀ ਬਹੁਤ ਬਹੁਤ ਨਿੱਘੀ ਹਾਰਦਿਕ ਵਧਾਈ ਪੇਸ਼ ਕਰਦੇ ਹਾਂ। ਉਮੀਦ ਹੈ ਇਸ ਸਾਰਾ ਹੀ ਜਿਹੜਾ ਹਫਤਾ ਚੱਲ ਰਿਹਾ ਹੈ, ਵਿਸਾਖੀ ਦਾ ਹਫਤਾ ਵੀ ਚੱਲ ਰਿਹਾ ਹੈ ਔਰ ਇਸ ਦੇ ਦੌਰਾਨ ਵੀ ਸੰਗਤਾਂ ਨੇ ਬਹੁਤ ਹੀ ਆਨੰਦ ਮਾਣਿਆ। ਜੋ ਵੀ ਪ੍ਰੋਗਰਾਮ ਸਿੱਖ ਚੈਨਲ ਤੋਂ ਪੇਸ਼ ਕੀਤੇ ਜਾ ਰਹੇ ਆ ਉਹਨਾਂ ਦਾ ਵੀ ਤੁਸੀਂ ਆਨੰਦ ਮਾਣਿਆ। ਤੇ ਅੱਜ ਦੀ ਰੂਪਰੇਖਾ ਤੁਹਾਨੂੰ ਅਸੀਂ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਪੰਜਾਬ ਦੇ ਵਿੱਚ ਦੱਸਾਂਗੇ ਕਿਹੜੀਆਂ ਕਿਹੜੀਆਂ ਇਸ ਵੇਲੇ ਜਿਹੜੀਆਂ ਖਬਰਾਂ ਨੇ ਉਹ ਸੁਰਖੀਆਂ ਬੜੀਆਂ ਹੋਈਆਂ ਨੇ, ਉਹਨਾਂ ਬਾਰੇ ਗੱਲ ਕਰਾਂਗੇ। ਤੇ ਨਾਲ ਦੀ ਨਾਲ ਫਿਰ ਅਸੀਂ ਦੇਖਾਂਗੇ ਕਿ ਬਰਤਾਨੀਆ ਦੀਆਂ ਕਿਹੜੀਆਂ ਜਿਹੜੀਆਂ ਮੁੱਖ ਖਬਰਾਂ ਨੇ, ਸੁਰਖੀਆਂ ਬੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ। ਬਹੁਤ ਹੀ ਜੇ ਕਹਿ ਦਈਏ ਸਾਨੂੰ ਸਮੱਸਿਆਵਾਂ ਵੀ ਆ ਰਹੀਆਂ ਨੇ, ਜਿਹੜੀਆਂ ਲੋਕਲ ਸਮੱਸਿਆਵਾਂ ਨੇ ਜਾਂ ਦੁਨੀਆ ਦੀਆਂ ਸਮੱਸਿਆਵਾਂ ਨੇ, ਉਹਨਾਂ ਬਾਰੇ ਵੀ ਗੱਲ ਕਰਾਂਗੇ। ਨਾਲ ਦੀ ਨਾਲ ਦਰਸ਼ਕਾਂ ਨੂੰ ਅਖੀਰ ਦੇ ਉੱਤੇ ਜਾ ਕੇ ਥੋੜੀ ਅਪੀਲ ਵੀ ਕਰਾਂਗੇ। ਜਿਹੜਾ ਅਸੀਂ ਪ੍ਰੋਗਰਾਮ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਹਾਂ, ਯੂਕਰੇਨ ਦੀ ਧਰਤੀ ਦੇ ਉੱਤੇ ਹਲੇ ਵੀ ਜਿਹੜਾ ਦੁੱਖਾਂ ਦਾ ਪਹਾੜ ਆ ਉਹ ਢਿਆ ਪਿਆ ਹੈ, ਹਲੇ ਵੀ ਉਹਨਾਂ ਦੀ ਰਾਹਤ ਕੋਈ ਨਜ਼ਰ ਨਹੀਂ ਆ ਰਹੀ। ਤੇ ਆਓ ਵੀ ਚੱਲਦੇ ਹਾਂ ਅਸੀਂ ਸਭ ਤੋਂ ਪਹਿਲਾਂ ਪੰਜਾਬ ਤੋਂ ਸਾਡੇ ਨਾਲ ਹਮੇਸ਼ਾ ਹੀ ਜੁੜਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੱਤਰਕਾਰ ਭਾਰਤ ਪੰਜਾਬ ਤੋਂ ਸਰਦਾਰ ਉਜਾਗਰ ਸਿੰਘ ਜੀ। ਆਓ ਅਸੀਂ ਉਹਨਾਂ ਦਾ ਕਰਦੇ ਹਾਂ ਨਿੱਘਾ ਤੇ ਹਾਰਦਿਕ ਸਵਾਗਤ। ਉਜਾਗਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਵਾਸਤੇ। ਅਸੀਂ ਮਾਫੀ ਚਾਹੁੰਦੇ ਹਾਂ ਕਿ ਅੱਜ ਨੈਟਵਰਕ ਦੀ ਵਜ੍ਹਾ ਕਰਕੇ ਤੁਹਾਨੂੰ ਅਸੀਂ ਫੋਨ ਦੇ ਉੱਤੇ ਲੈ ਰਹੇ ਹਾਂ। ਜੋ ਵੀ ਇਸ ਵੇਲੇ ਗੱਲਾਂ ਨੇ, ਗਤੀਵਿਧੀਆਂ ਨੇ ਪੰਜਾਬ ਦੀਆਂ, ਤੁਸੀਂ ਕਿਹੜੀਆਂ ਕਿਹੜੀਆਂ ਖਬਰਾਂ ਇਸ ਵੇਲੇ ਸੁਰਖੀਆਂ ਬੜੀਆਂ ਨੇ ਭਾਰਤ ਦੀਆਂ ਅਖਬਾਰਾਂ ਦੇ ਵਿੱਚ ਜਾਂ ਪੰਜਾਬ ਦੀਆਂ ਖਾਸ ਤੌਰ ਤੇ ਅਖਬਾਰਾਂ ਦੇ ਵਿੱਚ, ਕਿੱਥੋਂ ਕੁ ਤੁਸੀਂ ਗੱਲ ਸ਼ੁਰੂ ਕਰਨੀ ਚਾਹੁੰਦੇ ਆ ਉਜਾਗਰ ਸਿੰਘ ਜੀ? ਪਹਿਲਾਂ ਆਪਾਂ ਅਸੀਸ਼ ਮਿਸ਼ਰਾ ਵਾਲੀ ਗੱਲ ਕਰ ਲਈਏ ਜੀ, ਕਿਉਂਕਿ ਸਭ ਤੋਂ ਵੱਡੀ ਇੰਪੋਰਟੈਂਟ ਉਹ ਹੈ। ਕਿਉਂਕਿ ਅਸੀਸ਼ ਮਿਸ਼ਰਾ ਨੇ ਜਦੋਂ ਲੜ ਕੇ ਸਾਡੇ ਕਿਸਾਨ ਮਾਰੇ ਉਹਨਾਂ ਨੇ ਲਖਮੀਪੁਰ ਖੀਰੀ ਦੇ ਵਿੱਚ, ਉਹ ਸ਼ੁਰੂ ਤੋਂ ਹੀ ਮਤਲਬ ਯੂਪੀ ਗਵਰਨਮੈਂਟ ਸ਼ੁਰੂ ਤੋਂ ਹੀ ਟਾਲ ਟੋਲ ਕਰਦੀ ਰਹੀ। ਪਹਿਲਾਂ ਕੇਸ ਰਜਿਸਟਰ ਕਰਨ ਬਾਰੇ, ਫਿਰ ਅਰੈਸਟ ਕਰਨ ਬਾਰੇ, ਤੇ ਹਰ ਤਰ੍ਹਾਂ ਦੀ। ਕਿਉਂਕਿ ਮੈਂ ਇਸ ਗੱਲ ਤੇ ਇੱਕ ਗੱਲ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਸੁਪਰੀਮ ਕੋਰਟ ਨੂੰ, ਜਸਟਿਸ ਰਮਾਨਾ ਨੂੰ, ਕਿ ਜਦ ਤੋਂ ਚੀਫ ਜਸਟਿਸ ਆਏ ਨੇ ਉਹਨਾਂ ਨੇ ਬਹੁਤ ਇਨਸਾਫ ਦੀ ਤਰਾਜੂ ਨੂੰ ਬੜੇ ਸੱਜੇ ਢੰਗ ਨਾਲ ਫੜਿਆ ਹੋਇਆ। ਉਹਨਾਂ ਦੇ ਹੀ ਇਨੀਸ਼ੀਏਟਿਵ ਨਾਲ ਉਹਨਾਂ ਵੱਲੋਂ ਹੀ ਪਹਿਲਾਂ ਕੇਸ ਰਜਿਸਟਰ ਹੋਇਆ, ਫਿਰ ਉਹ ਅਰੈਸਟ ਹੋਇਆ। ਤੇ ਹੁਣ ਜਦੋਂ ਕਿ ਉਹਦੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ, ਉਸ ਜ਼ਮਾਨਤ ਨੂੰ ਜਦੋਂ ਅਫੈਕਟਡ ਪਰਿਵਾਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਤਾਂ ਉਹ ਬੜਾ, ਉਹਨਾਂ ਨੇ ਜਿਹੜੀ ਜੱਜਮੈਂਟ ਸੁਣਾਈ ਹੈ 38 ਪੇਜ ਦੀ, ਬੜੀ ਕਮਾਲ ਦੀ ਜੱਜਮੈਂਟ ਸੁਣਾਈ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਅਫੈਕਟਡ ਬੰਦੇ ਨੇ
ਉਹਨਾਂ ਦਾ ਕਲੇਮ ਹੀ ਨਹੀਂ, ਉਹਨਾਂ ਦਾ ਕਲੇਮ ਹੈ, ਉਹਨਾਂ ਦਾ ਹੱਕ ਹੈ ਕਿ ਉਹ ਆਪਣਾ ਪੱਖ ਪੇਸ਼ ਕਰ ਸਕਦੇ ਨੇ। ਪਰ ਬੜੇ ਅਫਸੋਸ ਦੀ ਗੱਲ ਹੈ, ਉਹਨਾਂ ਨੇ ਹਾਈ ਕੋਰਟ ਨੂੰ ਕਿਹਾ, ਬੜੇ ਅਫਸੋਸ ਦੀ ਗੱਲ ਹੈ ਵੀ ਉਹਨਾਂ ਨੂੰ ਸੁਣਿਆ ਹੀ ਨਹੀਂ ਗਿਆ। ਕਿਉਂਕਿ ਜਿਸ ਤਰ੍ਹਾਂ ਆਪਣੇ ਇੰਟਰਨੈਟ ਦੀ ਹੁਣ ਪ੍ਰੋਬਲਮ ਆਈ, ਉਦੋਂ ਵੀ ਕੋਈ ਪ੍ਰੋਬਲਮ ਆ ਗਈ ਸੀ, ਹਾਈ ਕੋਰਟ ਨੇ ਉਹਨਾਂ ਨੂੰ ਸੁਣਨ ਤੋਂ ਹੀ ਦੁਆਰਾ ਇਨਕਾਰ ਕਰਤਾ ਵੀ ਦੁਆਰਾ ਨਹੀਂ ਸੁਣਨਾ। ਮੇਰੇ ਖਿਆਲ ਉਹਨਾਂ ਨੇ ਉਜਾਗਰ ਸਿੰਘ, ਇਹ ਮੈਂ ਕਹਿਣਾ ਜਿਹੜੇ ਪੀੜਤ ਪਰਿਵਾਰ ਨੇ, ਕਿਸਾਨ ਨੇ, ਸਾਡੇ ਲੋਕਾਂ ਨੇ, ਸਾਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਉਸ ਦਿਨ ਦਿਹਾੜੇ ਜਿਹੜਾ ਸ਼ਾਂਤੀ ਪ੍ਰਦਰਸ਼ਨ ਕਰ ਰਿਹਾ ਕਿਸਾਨਾਂ ਦੇ ਉੱਤੇ ਜੀਪਾਂ ਚੜਾ ਕੇ ਉਹਨਾਂ ਨੂੰ ਦੜ ਦਿੱਤਾ ਸੀਗਾ। ਕਿੰਨੇ ਨੌਜਵਾਨਾਂ ਦੀ ਉਹਦੇ 'ਚ ਮੌਤ ਹੋਈ ਆ ਔਰ ਬਹੁਤ ਹੀ ਪੀੜਤ ਪਰਿਵਾਰ ਨੇ, ਉਹਨਾਂ ਦੀ ਸੁਣਵਾਈ ਮੇਰੇ ਖਿਆਲ ਹੁਣ ਹੋਈ ਆ। ਇਹ ਬਹੁਤ ਹੀ ਮੇਰੇ ਖਿਆਲ ਸਾਰੀ ਦੁਨੀਆ ਵਿੱਚ ਜਿਹੜੇ ਇਨਸਾਫ ਪਸੰਦ ਲੋਕ ਨੇ, ਖਾਸ ਤੌਰ ਤੇ ਜਿਹੜਾ ਕਿਸਾਨ ਵਰਗ ਹੈਗਾ, ਉਹਨਾਂ ਵਾਸਤੇ ਬਹੁਤ ਇੱਕ ਜਿੱਤ ਅਤੇ ਖੁਸ਼ੀ ਵਾਲੀ ਗੱਲ ਹੋਵੇਗੀ ਜੀ। ਹਾਂ, ਬਿਲਕੁਲ ਜੀ, ਉਹਨਾਂ ਵਾਸਤੇ ਜਿੱਤ ਤਾਂ ਹੈਗੀ ਆ, ਕਿਉਂਕਿ ਜਦੋਂ ਕੋਈ ਸਰਕਾਰ ਇਨਸਾਫ ਨਾ ਦੇਵੇ ਉਦੋਂ ਸਾਨੂੰ ਮਜਬੂਰ ਹੋ ਕੇ ਕੋਰਟ ਦਾ ਸਹਾਰਾ ਲੈਣਾ ਪੈਂਦਾ। ਇਹਦਾ ਹਾਈ ਕੋਰਟ ਨੇ ਵੀ ਸਾਡੇ ਖਿਲਾਫ ਕੀਤਾ, ਪਰ ਸਾਨੂੰ ਇਨਸਾਫ ਨਹੀਂ ਦਿੱਤਾ। ਮੈਨੂੰ ਤੁਸੀਂ ਇੱਕ ਗੱਲ ਦੱਸੋ, ਫੈਸਲਾ ਦੇਣਾ ਵੱਖਰੀ ਗੱਲ ਹੈ, ਪਰ ਸੁਣਨਾ ਤਾਂ ਫਰਜ਼ ਬਣਦਾ ਸੀ, ਉਹਨਾਂ ਨੇ ਸੁਣਿਆ ਹੀ ਨਹੀਂ। ਤੁਸੀਂ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਅਸੀਂ ਦੇਖਦੇ ਹਾਂ ਕਿ ਜਿਹੜੇ ਅਗਵਾ ਸੀਗੇ, ਅਸੀਸ ਮਿਸ਼ਰਾ ਦੇ ਬਾਹਰ ਆਉਣ ਤੋਂ ਬਾਅਦ ਅਗਵਾਹਾਂ ਤੇ ਕਿੰਨੇ ਅਟੈਕ ਹੋਏ, ਪੂਰੀ ਤਰ੍ਹਾਂ ਕੁੱਟੇ ਵੀ ਗਏ। ਸੁਪਰੀਮ ਕੋਰਟ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ। ਇਹੋ ਜਿਹੇ ਬੰਦੇ ਨੂੰ ਜ਼ਮਾਨਤ ਦੇਣਾ ਹੀ ਬਹੁਤ ਵੱਡੀ ਗਲਤੀ ਸੀਗੀ ਹਾਈ ਕੋਰਟ ਦੀ। ਚਲੋ ਸਾਨੂੰ ਇਹ ਇਨਸਾਫ ਮਿਲਿਆ ਘੱਟੋ ਘੱਟ ਕਿ ਅਸੀਸ ਮਿਸ਼ਰਾ ਦੀ ਜ਼ਮਾਨਤ ਰੱਦ ਹੋ ਗਈ, ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਪਰ ਇਹ ਸੈਟਿਸਫੈਕਸ਼ਨ ਹੈ, ਖੁਸ਼ੀ ਤਾਂ ਕੀ ਹੈ ਕਿ ਸਾਡੇ ਬੰਦੇ ਉਹਨਾਂ ਨੇ ਮਾਰਤੇ, ਸਾਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਹੈ। ਸਾਨੂੰ ਇੱਕ ਆਸ ਦੀ ਕਿਰਨ ਜ਼ਰੂਰ ਵੱਜੀ ਹੈ ਕਿ ਜ਼ਰੂਰ ਸਾਨੂੰ ਇਹ ਹਾਈ ਕੋਰਟ ਜਾਂ ਦੇਖੋ ਕੇਸ ਤਾਂ ਚੱਲਣਾ ਥੱਲੇ ਡਿਸਟ੍ਰਿਕਟ ਕੋਰਟ ਦੇ ਵਿੱਚ, ਡਿਸਟ੍ਰਿਕਟ ਕੋਰਟ ਚੋਂ ਜੇ ਇਨਸਾਫ ਨਹੀਂ ਮਿਲਦਾ, ਵੈਸੇ ਤਾਂ ਕਿਉਂਕਿ ਹਾਈ ਕੋਰਟ ਦੀ ਐਡੀ ਵੱਡੀ ਝਾੜ ਹਾਈ ਕੋਰਟ ਨੇ ਪਾਈ ਆ ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਜ਼ਮਾਨਤ ਦੇਣੀ ਨਹੀਂ ਸੀ ਬਣਦੀ। ਪਰ ਮੇਰਾ ਖਿਆਲ ਹੈ ਇਹ ਡਿਸਟ੍ਰਿਕਟ ਕੋਰਟ ਲਈ ਵੀ ਇਹ ਕਾਨੂੰਨ ਹੈ ਹੁਣ ਕਿ ਉਹ ਜ਼ਰੂਰ ਕਿਸਾਨਾਂ ਨੂੰ, ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਦੇਣਗੇ। ਇੱਕ ਪੱਤਰਕਾਰ ਦੀ ਵੀ ਮੌਤ ਹੋਈ ਸੀ ਤੇ ਸਾਨੂੰ ਇਹ ਆਸ ਦੀ ਕਿਰਨ ਵੱਜੀ ਆ। ਸਭ ਤੋਂ ਵੱਡਾ ਮਸਲਾ ਸਾਡਾ ਇਹ ਸੀਗਾ। ਨਾਲ ਦੀ ਨਾਲ ਮੇਰੇ ਖਿਆਲ ਜਿਹੜੇ ਟੈਨੀ ਮਿਸ਼ਰਾ ਹੈਗੇ, ਇਹਦੇ ਜਿਹੜੇ ਪਿਤਾ ਹੈਗੇ ਆ ਉਹ ਵਿਧਾਇਕ ਨੇ, ਰਾਜ ਸਭਾ ਦੇ ਮੈਂਬਰ ਵੀ ਨੇ, ਮੇਰੇ ਖਿਆਲ ਕਾਨੂੰਨ ਮੈਂਬਰ ਵੀ ਨੇ, ਮੰਤਰੀ ਨੇ। ਉਹਨਾਂ ਦੇ ਉੱਤੇ ਵੀ ਇੱਕ ਸਵਾਲ ਖੜਾ ਹੋ ਗਿਆ ਮੋਦੀ ਸਰਕਾਰ ਦੇ ਉੱਤੇ ਵੀ ਕਿ ਉਹ ਜਿਹੜੇ ਦਾਗੀ ਲੋਕ ਨੇ ਉਹਨਾਂ ਨੂੰ ਵੀ ਸ਼ਾਇਦ ਹੁਣ ਅਸਤੀਫਾ ਦੇਣਾ ਪੈ ਸਕਦਾ। ਕੀ ਖਿਆਲ ਹੈ ਤੁਹਾਡਾ? ਦੇਖੋ, ਇਹ ਹੁਣ ਆਪਾਂ ਸਿੱਧੀ ਗੱਲ ਦੇਖੋ, ਜੁਡੀਸ਼ੀਅਲ ਬਾਰੇ ਤਾਂ ਨਹੀਂ ਕਹਿ ਸਕਦੇ, ਪਰ ਇਹਨਾਂ ਐਗਜ਼ੈਕਟਿਵ ਬਾਰੇ ਤਾਂ ਅਸੀਂ ਕਹਿ ਸਕਦੇ ਹਾਂ। ਉਹ ਬੜੇ ਢੀਠ ਨੇ। ਇਹ ਪਹਿਲਾਂ ਜੇ ਤੁਸੀਂ ਧਿਆਨ ਦਵਾਉਂਦੇ, ਪਹਿਲਾਂ ਵੀ ਜਿਹੜਾ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ, ਕਿਉਂਕਿ 120 ਦੇ ਵਿੱਚ ਉਹ ਜਿਹੜਾ ਟੈਨੀ ਹੈ, ਅਸ਼ੀਸ਼ ਮਿਸ਼ਰਾ ਦਾ ਫਾਦਰ ਹੈ, ਉਹ ਵੀ ਇਹ ਕੇਸ ਦੇ ਵਿੱਚ 120 ਉਹਦੇ ਤੇ ਵੀ ਲਾਗੂ ਹੈ। ਪਰ ਉਹਨੂੰ ਨਾ ਤਾਂ ਅਜੇ ਤੱਕ ਅਰੈਸਟ ਕੀਤਾ, ਨਾ ਉਹਨੂੰ ਕਿਤੇ ਸੰਮਨ ਕੀਤਾ। ਉਹਨੂੰ ਬਰਖਾਸਤ ਕਰਨ ਦੀ ਤਾਂ ਵੱਖਰੀ ਗੱਲ ਹੈ, ਉਹਨਾਂ ਨੇ ਕਰਨਾ ਹੀ ਨਹੀਂ। ਇਹ ਠੀਕ ਹੈ ਵੀ ਕਾਂਗਰਸ ਨੇ ਇਹ ਮੰਗ ਕੀਤੀ ਹੈ ਵੀ ਉਹਨੂੰ ਬਰਖਾਸਤ ਤੁਸੀਂ ਕਦ ਕਰੋਗੇ ਹੁਣ, ਵੀ ਐਡੀ ਵੱਡੀ ਤੁਹਾਡੇ ਨਾਲ ਜਲਾਲਤ ਹੋ ਰਹੀ ਹੈ। ਪਰ ਕਰਨਾ ਤਾਂ ਉਹਨਾਂ ਨੂੰ ਚਾਹੀਦਾ, ਪਰ ਮੇਰਾ ਖਿਆਲ ਉਹ ਢੀਠ ਨੇ, ਉਹਨੇ ਨਹੀਂ ਕਰਨਾ। ਮੈਂ ਸ਼ਾਇਦ ਪਹਿਲਾਂ ਵੀ ਤੁਹਾਡੇ ਚੈਨਲ ਤੇ ਗੱਲ ਕਹੀ ਸੀ, ਉਹਨਾਂ ਨੇ ਤਾਂ ਬੀਜੇਪੀ ਨੇ ਤਾਂ ਉਸ ਇਸ਼ੂ ਨੂੰ ਉਹਦਾ ਫਾਇਦਾ ਉਠਾਇਆ। ਉਹਨਾਂ ਨੇ ਤਾਂ ਪੋਲਰਾਈਜੇਸ਼ਨ ਕਰ ਲਈ। ਇਹ ਸਿੱਖ ਇਸ਼ੂ ਬਣਾ ਕੇ ਉਹਨਾਂ ਨੇ ਹਿੰਦੂਆਂ ਦੀਆਂ ਵੋਟਾਂ ਲੈ ਕੇ ਉੱਥੇ ਆਪਣੀ ਦੁਆਰਾ ਸਰਕਾਰ ਬਣਾ ਲਈ। ਉਹ ਤਾਂ ਇਹ ਮਸਲੇ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੇ। ਬੀਜੇਪੀ ਤਾਂ ਇਹ ਮਸਲੇ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੀ। ਤੁਸੀਂ ਦੇਖੋ, ਇਸ ਦੇ ਨਾਲ ਹੁਣ ਜਿਹੜੀ ਦਿੱਲੀ ਦੇ ਵਿੱਚ ਵਾਇਲੈਂਸ ਹੋਈ ਹੈ, ਉੜੀਸਾ 'ਚ ਹੋਈ ਹੈ, ਬਜਰੰਗ ਦਲ ਦੇ ਅੰਬੇਡਕਰ ਦਾ ਜਨਮ ਦਿਨ ਮਨਾ ਰਹੇ ਸੀ, ਉਹਨਾਂ ਤੇ ਅਟੈਕ ਹੋਇਆ। ਇਹ ਤਾਂ ਢੀਠ ਗੌਰਮੈਂਟ ਹੈ, ਇਹ ਕੁਝ ਵੀ ਨਹੀਂ ਕਰਦੇ। ਤੁਸੀਂ ਦੇਖੋ, ਜਦੋਂ ਦਿੱਲੀ ਉਹਨਾਂ ਨੂੰ ਅਰੈਸਟ ਕਰਨ ਗਏ ਨੇ ਤਾਂ ਉਹਨਾਂ ਤੇ ਪੁਲਿਸ ਤੇ ਉੱਤੇ ਹਮਲਾ ਕੀਤਾ ਗਿਆ। ਇੱਕ ਪੁਲਿਸ ਸੀਨੀਅਰ ਅਫਸਰ ਜ਼ਖਮੀ ਹੋ ਗਿਆ, ਉਹਦੇ ਪੈਰ ਦੇ ਉੱਤੇ ਇੱਟ ਲੱਗੀ। ਇਹ ਬਿਲਕੁਲ ਜਿਹੜੀ ਬੀਜੇਪੀ ਦੀ ਸਰਕਾਰ ਹੈ, ਇਹ ਇਨਸਾਫ ਦੀ ਤਰਾਜੂ ਇਹਨਾਂ ਦੇ ਬਿਲਕੁਲ ਹੱਥ 'ਚ ਨਹੀਂ ਹੈ। ਇਹ ਤਾਂ ਸਾਨੂੰ ਕੋਰਟਾਂ ਤੋਂ ਇਨਸਾਫ ਮਿਲਣਾ, ਇਹਨਾਂ ਨੇ ਬਿਲਕੁਲ ਕੋਈ ਇਨਸਾਫ ਨਹੀਂ ਦਿੱਤਾ।
ਹਾਂਜੀ ਚਲੋ ਜਿੱਦਾਂ ਅਸੀਂ ਕਹਿੰਦੇ ਆ ਕਿ ਦੇਰ ਹੈ ਨੇਰ ਨਹੀਂ ਹੈਗੀ ਪਈ, ਜਿਹੜਾ ਸੱਚ ਆ ਉਹ ਅਖੀਰ ਦੇ ਉੱਤੇ ਕੁਰਦ ਕੁੱਟੇ ਨਾਨਕਾ ਓੜਕ ਸੱਚ ਰਹੀ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ। ਤੇ ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ। ਤੁਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਾਫੀ ਕਾਹਲੇ ਪੈ ਜਾਂਦੇ ਨੇ ਕਿ ਸਾਨੂੰ, ਜਿਵੇਂ ਕਹਿੰਦੇ ਨੇ ਭਗਵੰਤ ਮਾਨ, ਸਾਨੂੰ ਹੱਥ ਤੇ ਸਰੋਂ ਜਮਾ ਕੇ ਦਿਖਾਓ। ਕਿ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ, ਇੱਕ ਨਵਾਂ ਮੇਰੇ ਖਿਆਲ ਬੜਾ ਮੁੱਦਾ ਭਖਿਆ ਸੀ ਕਿ ਜੋ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਉਹਦੀ ਪੰਡ ਜਿਹੜੀ ਉਹ ਭਾਰੀ ਹੋ ਰਹੀ ਆ। ਤੇ ਇਸ ਵੇਲੇ ਉਹਦੀ ਰੋਸ਼ਨੀ ਦੇ ਵਿੱਚ ਕਿਹੋ ਜਿਹੀ ਸਥਿਤੀ ਹੈਗੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ? ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਜਿਹੜਾ ਤੁਸੀਂ ਉਠਾਇਆ, ਇਹ 3 ਲੱਖ ਕਰੋੜ ਦਾ ਕਰਜ਼ੇ ਦਾ। ਦੇਖੋ ਸ਼ਿੰਦਰਪਾਲ ਜੀ, ਜੇ ਅਸੀਂ ਇਹਦੀ ਬੈਕਗ੍ਰਾਉਂਡ 'ਚ ਦੇਖੀਏ, ਇਹ 80 ਤੋਂ ਬਾਅਦ ਇਹ ਕਰਜ਼ਾ ਸ਼ੁਰੂ ਹੋਇਆ। ਉਹ ਕਰਜ਼ਾ ਕਿਉਂ ਸ਼ੁਰੂ ਹੋਇਆ, ਸੋਚਣ ਵਾਲੀ ਗੱਲ। ਦੇਖੋ ਜਿਹੜਾ ਪੰਜਾਬ ਹੈ ਇਹ ਦੇਸ਼ ਦੀ ਖੜਕ ਭੁਜਾ, ਚਾਹੇ ਚੀਨ ਨੇ ਅਟੈਕ ਕੀਤਾ, ਚਾਹੇ ਪਾਕਿਸਤਾਨ ਨੇ ਕੀਤਾ, ਅਸੀਂ ਹਮੇਸ਼ਾ ਡਟ ਕੇ ਉਹਦਾ ਮੁਕਾਬਲਾ ਕੀਤਾ। ਈਵਨ ਭਾਰਤ ਦੀ ਮਤਲਬ ਰਹਿਨਮਾਈ ਕੀਤੀ ਇਸ ਮਸਲੇ 'ਚ, ਸਭ ਤੋਂ ਵੱਧ ਜਾਨਾਂ ਅਸੀਂ ਕੁਰਬਾਨ ਕੀਤੀਆਂ। ਅੱਛਾ, ਪੰਜਾਬ ਦੇ ਵਿੱਚ ਵਾਰ ਟਾਈਪ ਸਿਚੁਏਸ਼ਨ ਹੋ ਗਈ 80 ਤੋਂ ਬਾਅਦ, ਜਿਹੜਾ ਸੋ ਕਾਲਡ ਜਿਹਨੂੰ ਟੈਰਰਿਜ਼ਮ ਕਹਿੰਦੇ ਨੇ, ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਸਾਨੂੰ ਦੂਜੀ ਇੰਟਰਨਲ ਜੰਗ ਵੀ ਪੰਜਾਬ ਨੂੰ ਲੜਨੀ ਪਈ। ਪੰਜਾਬ ਨੇ ਇੰਡੀਆ ਦੀ ਖਾਤਰ ਇਹ ਲੜਾਈ ਲੜੀ। ਅੱਛਾ, ਇੰਡੀਅਨ ਗਵਰਨਮੈਂਟ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ। ਉਸ ਵਾਈਟ ਪੇਪਰ ਦੇ ਵਿੱਚ ਨੁਕਤੇ ਵੀ ਉਠਾਏ ਵੀ ਜਿਹੜਾ ਦੇਸ਼ ਦੀ ਲੜਾਈ ਆ ਇਹ ਉਸ ਦੇ ਪਿੱਛੇ ਸਿਕਿਉਰਿਟੀ ਫੋਰਸਿਸ ਜਾ ਰਹੀਆਂ ਨੇ, ਪੰਜਾਬੀ ਲੜ ਰਹੇ ਨੇ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਸਾਨੂੰ ਉਹ ਦੇਸ਼ ਦੀ ਲੜਾਈ ਸਾਡੇ ਕੋਲੋਂ ਡਰਾਉਂਦੇ ਨੇ, ਦੂਜੇ ਪਾਸੇ ਉਹ ਜਿਹੜੀਆਂ ਸਿਕਿਉਰਿਟੀ ਫੋਰਸਿਸ ਤੇ ਖਰਚ ਹੋਇਆ ਉਹ ਪੰਜਾਬ ਦੇ ਗਲ ਪਾਤਾ। ਕਰਜ਼ਾ ਸ਼ੁਰੂ ਇੱਥੋਂ ਹੁੰਦਾ, ਕਰਜ਼ਾ ਸਾਰਾ ਸ਼ਿੰਦਰਪਾਲ ਜੀ ਸ਼ੁਰੂ ਇੱਥੋਂ ਹੁੰਦਾ। ਬਾਅਦ ਦੀਆਂ ਸਰਕਾਰਾਂ ਦਾ ਹੁਣ ਮਸਲਾ ਆ ਗਿਆ ਵੀ ਉਹਨਾਂ ਨੂੰ, ਜਦੋਂ ਸਾਡੇ ਕੋਲੋਂ ਉਹ ਕਰਜ਼ਾ ਮਾਫ ਨਹੀਂ ਹੋਇਆ ਸਾਡੇ ਤੋਂ, ਉਹ ਸੈਂਟਰ ਗਵਰਨਮੈਂਟ ਸਾਡੇ ਤੋਂ ਕਰਜ਼ਾ ਕਾਹਦਾ ਲੈ ਰਹੀ ਆ? ਅਸੀਂ ਤਾਂ ਦੇਸ਼ ਦੀ ਰੱਖਿਆ ਲਈ ਲੜ ਰਹੇ ਹਾਂ, ਅਸੀਂ ਆਪਣੇ ਪੰਜਾਬ ਲਈ ਨਹੀਂ ਲੜ ਰਹੇ, ਅਸੀਂ ਦੇਸ਼ ਦੀ ਰੱਖਿਆ ਲਈ ਲੜ ਰਹੇ ਹਾਂ। ਇਹਨਾਂ ਨੇ ਬਲੂ ਸਟਾਰ ਆਪਰੇਸ਼ਨ ਕੀਤਾ, ਇਹਨਾਂ ਨੇ ਕਿਹਾ ਵੀ ਸਾਨੂੰ ਖਤਰਾ, ਇਹਨਾਂ ਨੇ ਕਿਹਾ ਸਾਨੂੰ ਖਤਰਾ ਹੈ ਪਾਕਿਸਤਾਨ ਤੋਂ, ਇੱਥੋਂ ਖਾਲਿਸਤਾਨ ਅਨਾਉਂਸ ਹੋ ਜਾਊਗਾ। ਤੇ ਅਸੀਂ ਪੰਜਾਬੀ ਲੜੇ, ਪੰਜਾਬ ਦੇ ਵਿੱਚ ਸਾਰਾ ਕੁਝ ਹੋਇਆ, ਅਸੀਂ ਜਾਨਾਂ ਵੀ ਗਵਾਈਆਂ, ਉਹ ਸਾਰਾ ਉਹਦਾ ਦਾ ਖਰਚਾ ਫੇਰ ਪੰਜਾਬ ਦੇ ਸਿਰ ਪਾਤਾ। ਅਸੀਂ ਇੱਕ ਪਾਸੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ, ਹੁਣ ਜੇ ਇੱਕ ਪਰਿਵਾਰ ਦਾ ਮੈਂਬਰ ਦੇ ਸਿਰ ਤੇ ਇਹ ਕਰਜ਼ਾ ਪਾ ਦਿੱਤਾ ਜਾਵੇ ਤੇ ਕਿਉਂ ਨਾ ਸਾਰਾ ਪਰਿਵਾਰ ਇਹਨੂੰ ਬਰਦਾਸ਼ਤ ਕਰੇ? ਪਰ ਇੱਕ ਮੈਂਬਰ ਦੇ ਸਿਰ ਤੇ ਇੱਕ ਸਵਾਲ ਖੜਾ ਹੁੰਦਾ ਇੱਥੇ ਉਜਾਗਰ ਸਿੰਘ ਜੀ, ਕੀ ਜਿਹੜਾ ਸਾਰਾ ਕਰਜ਼ਾ ਆ ਜਾਂ ਪੈਸਾ ਜਾਂ ਸੈਂਟਰ ਤੋਂ ਦਿੱਤਾ, ਸੈਂਟਰ ਨੇ ਲਿਆ, ਕੀ ਤੁਹਾਨੂੰ ਲੱਗਦਾ ਇਹ ਸਿਰਫ ਤਾਂ ਸਿਰਫ ਜਿਹੜੇ ਰੱਖਿਆ ਮਾਮਲੇ ਆ ਉਹਦੇ ਉੱਤੇ ਖਰਚਿਆ ਗਿਆ, ਜਾਂ ਜਿਹੜੀਆਂ ਸਰਕਾਰਾਂ ਅਕਾਲੀ ਦਲ ਤੇ ਬਾਦਲ ਸਰਕਾਰਾਂ ਨੇ 3 ਸਾਲ ਮਤਲਬ 3 ਵਾਰ ਉਹਨਾਂ ਨੇ 4 ਵਾਰ ਰਾਜ ਕੀਤਾ, ਉਹਨਾਂ ਨੇ 15-20 ਸਾਲ ਰਾਜ ਕੀਤਾ, ਉਹਨਾਂ ਨੇ ਵੀ ਕੋਈ ਬੇਨਿਯਮੀਆਂ ਕੀਤੀਆਂ ਹੋਣਗੀਆਂ ਇਸ ਮਾਮਲੇ ਦੇ ਵਿੱਚ? ਤੁਹਾਨੂੰ ਕੀ ਲੱਗਦਾ? ਇਹ ਬਿਲਕੁਲ ਤੁਹਾਡਾ ਜਿਹੜਾ ਸਵਾਲ ਆ ਬਹੁਤ ਜਾਇਜ਼ ਹੈ। ਮੈਂ ਤਾਂ ਬੇਸਿਕ ਗੱਲ ਕਰਦਾ ਜੀ, ਜਿਹੜਾ ਬੇਸਿਕ ਕਰਜ਼ਾ ਉੱਥੋਂ ਹੀ ਵਧਣਾ ਸ਼ੁਰੂ ਹੋਇਆ। ਜੇ ਉਹ ਕਰਜ਼ਾ ਸਾਡੇ ਸਿਰ ਨਾ ਹੁੰਦਾ, ਅਸੀਂ ਆਪਣੀਆਂ ਸਰਕਾਰਾਂ ਚਲਾਈ ਜਾਂਦੇ, ਸਾਡਾ ਕੰਮ ਚੱਲੀ ਜਾਂਦਾ। ਜਦੋਂ ਉਹ ਕਰਜ਼ੇ ਦੀਆਂ ਕਿਸ਼ਤਾਂ ਨਾ ਮੁੜੀਆਂ, ਇਹੀ ਗੱਲਾਂ ਕਰਦੇ ਰਹੇ ਵੀ ਕਰਜ਼ਾ ਮਾਫ ਕਰ ਦੋ, ਕਰਜ਼ਾ ਮਾਫ ਕਰ ਦੋ। ਇੰਦਰ ਕੁਮਾਰ ਗੁਜਰਾਲ ਆਇਆ, ਇੱਕ ਕਿਸ਼ਤ ਉਹਨੇ ਮਾਫ ਕੀਤੀ। ਬੀਬੀ ਨਰਸਿਮਹਾ ਰਾਓ ਨੇ ਇੱਕ ਕਿਸ਼ਤ ਮਾਫ ਕੀਤੀ। ਉਸ ਤੋਂ ਬਾਅਦ ਕਰਜ਼ਾ ਮਾਫ ਹੀ ਨਹੀਂ ਹੋਇਆ। ਇਹ ਤਾਂ ਉਹ ਸਰਕਾਰੀ ਤੰਤਰ ਚ ਲੈ ਕੇ ਪੈ ਗਏ ਵੀ ਫਾਈਨਾਂਸ ਕਮਿਸ਼ਨ ਆਏਗਾ ਜੀ। ਕੇਸਰੀ ਪੰਤ ਆਇਆ ਸੀ, ਮੈਂ ਸਰਕਾਰ ਦੇ ਵਿੱਚ ਰਹਿ ਕੇ ਵੀ ਫਾਈਨਾਂਸ ਕਮਿਸ਼ਨ ਕਰੇਗਾ। ਉਹ ਲੜਾਈ ਤਾਂ ਅਸੀਂ ਇੰਡੀਆ ਲੜ ਰਹੇ ਹਾਂ। ਚਲੋ ਹੁਣ ਜਿਹੜੀ ਤੁਹਾਡੀ ਗੱਲ ਤੇ ਆਉਂਦੇ ਆ, ਜਿਹੜੀ ਤੁਸੀਂ ਕਹਿੰਦੇ ਹੋ ਵੀ ਬਾਕੀ ਸਰਕਾਰਾਂ ਆਈਆਂ, ਜਦੋਂ ਸਰਕਾਰਾਂ ਆਈਆਂ, ਦੇਖੋ ਸਰਕਾਰਾਂ ਦੀ ਬਿਲਕੁਲ ਬਹੁਤ ਇਹ ਅਣਗਹਿਲੀ ਹੈ। ਕਿਉਂਕਿ ਜੇ ਸਰਕਾਰਾਂ ਦੇ ਸਿਰ ਕਰਜ਼ਾ ਸੀ, ਉਹ ਜਦੋਂ ਅਸੀਂ ਆਪਣੇ ਪਰਿਵਾਰ ਦਾ ਖਰਚਾ ਚਲਾਉਂਦੇ ਹਾਂ, ਅਸੀਂ ਦੇਖਦੇ ਹਾਂ ਕਿ ਸਾਡੇ ਸਿਰ ਕਰਜ਼ਾ, ਤਾਂ ਅਸੀਂ ਆਪਣੀਆਂ ਲੋੜਾਂ ਘਟਾ ਲੈਂਦੇ ਹਾਂ, ਅਸੀਂ ਸੰਕੋਚ ਕਰਦੇ ਹਾਂ ਹਰ ਗੱਲ ਤੇ। ਇਹ ਬਿਲਕੁਲ ਠੀਕ ਹੈ ਵੀ ਸਰਕਾਰਾਂ ਨੇ ਕੋਈ ਸੰਕੋਚ ਨਹੀਂ ਕੀਤਾ, ਚਾਹੇ ਕਾਂਗਰਸ ਦੀ ਸਰਕਾਰ ਆਈ, ਚਾਹੇ ਅਕਾਲੀ ਦਲ ਦੀ ਸਰਕਾਰ ਆਈ, ਕਿਸੇ ਨੇ ਸੰਕੋਚ ਨਹੀਂ ਕੀਤਾ। ਸਗੋਂ ਉਹਨਾਂ ਨੇ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਲੋਕਾਂ ਨੂੰ ਫ੍ਰੀ ਵੀ ਦੇਣੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਤਾਂ ਬਾਦਲ ਸਾਹਿਬ ਨੇ ਬਿਜਲੀ ਦਾ ਮੁਫਤ ਸ਼ੁਰੂ ਕੀਤਾ। ਇਹ ਮੁਫਤਖੋਰੀ ਨੇ ਵੀ ਸਾਨੂੰ ਕਰਜ਼ੇ ਦੁਆਰਾ ਦੱਬਿਆ। ਇਹ ਕਰਜ਼ਾ ਇੱਕ ਵਾਰ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਸੀ 2002 ਦੇ ਵਿੱਚ, ਉਹਨੇ ਅਲਾਉਣ ਕਰਤਾ ਸੀਗਾ
कि मैं ये जी फ्री भी माफ कर दांगा, पर तुहानू पता भी सियासी सैटअप दे विच कल्ला बंदा कोई फैसला नहीं कर सकता, और मजबूर होकर उन्होंने दोबारा फिर शुरू करना पिया, कंटिन्यू रखना पिया। ये सरकारां सारियां अपनियां सरकारां बचाउंदियां रहियां। हाँ, हुण जिहड़ी इनकुआयरी हुई है, ये फेयर इनकुआयरी कहा जे करनगे आप वाले, जे ये भी अपना पोलीटिकल फायदा उठाउण लग गए फिर इहदे विचों कुछ नहीं निकलना। चाहिदा यह है भी जिन्नी देर अकाली सरकार रही है, उन्होंने जिहड़ा कर्जा क्यों लिया, किस परपज लई लिया, जिस परपज लई लिया वो कर्जे नूं वरतिया इन्हां ने उस परपज लई, जे नहीं वरतिया फिर उन्हां दे सिर पैना चाहिदा। चलो जे कांग्रेस सरकार ने कर्जा लिया उन्हां दे सिर पैना चाहिदा, ये जरूर इहदे ते होना चाहिदा। इंदरपाल जी कर्जे तुसीं गल तां कर रही, 1 मिनट मैं होर लैना कि जिहड़ी भगवंत मान दी सरकार आई है, ये सरकार ने फिर फ्री भी विधा शुरू करती। हुण ये कर जदों इन्हां कोल पैसा ही नहीं हैगा, इन्हां कोल किश्त मोड़न लई पैसे नहीं हैगे, तां ये फ्री भी कित्थों देणगे? ये भी तां कर्जा ही लैणगे, फिर ये कर्जा भी फ्री भी देण लई वरतणगे, ये भी तां कर्जे दी दुरवरतों ही आ। मैं तां ही कहना भी इहदे विच मेरे ख्याल दे विच निकलना कुछ नहीं, ये पोलीटिकल स्टंट है। 24 ਦੀਆਂ इलैक्शन आउणियां ने, ਉਹਦੇ ਤੱਕ ਇਹਨੂੰ ਲਮਕਾਉਣਗੇ, ਇਸੇ ਤਰ੍ਹਾਂ ਲਮਕਾ ਕੇ ਰੱਖਣਗੇ ਤੇ ਇਹਦਾ ਪੋਲੀਟੀਕਲੀ ਫਾਇਦਾ ਉਠਾਉਣਗੇ, ਔਰ ਇਹਦੇ ਵਿੱਚੋਂ ਨਿਕਲ ਕਰ ਨੂੰ ਕੁਝ ਨਹੀਂ ਹੈ। ਹਾਂਜੀ, ਬਸ ਠੀਕ ਠਾਕ ਹੈ, ਬਹੁਤ ਧੰਨਵਾਦ ਜੀ ਤੁਹਾਡਾ। ਦੇਖਾਂਗੇ ਕਿਹੜੇ ਕਿਹੜੇ ਤੱਥ ਜਿਹੜੇ ਸਾਹਮਣੇ ਨਜ਼ਰ ਆਉਂਦੇ ਨੇ, ਜਾਂ ਜਿਹੜੀ ਆਮ ਆਦਮੀ ਪਾਰਟੀ ਉਹ ਕਿੰਨੀ ਪਾਰਦਰਸ਼ਤਾ ਦਿਖਾਉਂਦੀ ਆ। ਇਹਨਾਂ ਸ਼ਬਦਾਂ ਦੇ ਨਾਲ ਸਾਡੇ ਕੋਲ ਸਮਾਂ ਥੋੜਾ, ਅੱਜ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਇੱਥੇ ਆਗਿਆ ਚਾਹੁੰਦੇ ਹਾਂ ਜੀ, ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਉਜਾਗਰ ਸਿੰਘ ਜੀ, ਜਿਹੜੇ ਕਿ ਪਟਿਆਲੇ ਤੋਂ ਸਾਡੇ ਨਾਲ ਹਮੇਸ਼ਾ ਹੀ ਜੁੜਦੇ ਨੇ। ਅੱਜ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਔਰ ਆਸ਼ੀਸ਼ ਮਿਸ਼ਰਾ ਦੀ ਜਿਹੜੀ ਜ਼ਮਾਨਤ ਰੱਦ ਹੋਈ ਆ, ਇਹ ਇੱਕ ਕਿਸਮ ਦੀ ਜਿਹੜੀ ਕਿਸਾਨ ਮੋਰਚੇ ਦੀ ਜਿੱਤ ਵੀ ਕਹਿ ਸਕਦੇ ਆ, ਤੇ ਨਾਲ ਦੀ ਨਾਲ ਇੱਕ ਜੋ ਭਾਰਤ ਦੀ ਨਿਆਂਪਾਲਿਕਾ ਹੈ ਉਹਦੇ ਵਿੱਚ ਵੀ ਸ਼ਾਇਦ ਲੋਕਾਂ ਦਾ ਵਿਸ਼ਵਾਸ ਜਾਗਿਆ ਹੋਵੇਗਾ। ਤੇ ਨਾਲ ਦੀ ਨਾਲ ਜੋ ਗੱਲ ਕੀਤੀ ਹੈ, ਹੁਣ ਪੰਜਾਬ ਦੇ ਵਿੱਚ ਸਰਕਾਰਾਂ ਨੇ ਆਪਣੀ ਛਵੀ ਬਣਾਉਣ ਵਾਸਤੇ ਇਹ ਜਿਹੜਾ ਕਰਜ਼ਾ ਲਿਆ, ਖਜ਼ਾਨਾ ਖਾਲੀ ਰੱਖਿਆ, ਪਰ ਆਪਣੇ ਢਿੱਡ ਭਰ ਗਿਆ। ਹੁਣ ਦੇਖਿਆ ਜਾਵੇ ਕਿ ਕਿੰਨੇ ਵੀ ਇੱਥੇ ਮੰਤਰੀ ਨੇ, ਜਦੋਂ ਨਹੀਂ ਰਾਜ ਜਾਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸੀ, ਉਸ ਤੋਂ ਲੈ ਕੇ 5 ਸਾਲ ਬਾਅਦ, 10 ਸਾਲ ਬਾਅਦ ਦੇਖਿਆ ਜਾਵੇ, ਉਹਨਾਂ ਦੀ ਜਿਹੜੀਆਂ ਉਹਨਾਂ ਦੀਆਂ ਨਿੱਜੀ ਜਾਇਦਾਦਾਂ ਨੇ ਉਹ 15-15, 20 ਗੁਣਾ ਹੋ ਗਈਆਂ, ਤੇ ਪੰਜਾਬ ਦਾ ਖਜ਼ਾਨਾ ਖਾਲੀ ਰਿਹਾ। ਇਹਦੀ ਵੀ ਜਿਹੜੀ ਜਾਂਚ ਹੋਵੇਗੀ ਤਾਂ ਉਹ ਨਿਖਰ ਕੇ ਸਾਹਮਣੇ ਆਵੇਗੀ। ਦੋ ਖਬਰਾਂ ਤੁਹਾਨੂੰ ਅਸੀਂ ਹੋਰ ਦਿਖਾਉਂਦੇ ਹਾਂ, ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ UK ਯੂਰਪ ਦੀਆਂ ਖਬਰਾਂ ਦੇ ਨਾਲ ਜੋੜੀਏ। ਦੋ ਖਬਰਾਂ ਸਾਡੇ ਸਾਹਮਣੇ ਆਈਆਂ ਨੇ ਕਿ ਪੰਜਾਬ ਦੇ ਵਿੱਚ ਇੱਕ ਬੜਾ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਕਾਰ ਜਿਹੜੀ ਹੈ ਉਹ ਬੱਸ ਤੇ ਧੱਕਾ ਲੱਗਣ ਦੇ ਨਾਲ ਜਿਹੜੀ ਭਾਖੜਾ ਨਹਿਰ ਹੈ ਉਹਦੇ ਵਿੱਚ ਡਿੱਗੀ ਹੈ, ਜਿਹਦੇ ਵਿੱਚ ਇੱਕ ਪਰਿਵਾਰ ਦੇ ਜਿਹੜੇ 5 ਜੀ ਜੇ ਕਹਿ ਦਈਏ, ਉਹ ਵਿਚਾਰੇ ਇਸ ਵੇਲੇ ਮੌਤ ਦੀ ਬੁੱਕਲ ਵਿੱਚ ਜਾ ਪਹੁੰਚੇ ਨੇ। ਇਹ ਜਿਹੜਾ ਭਾਖੜਾ ਨਹਿਰ ਦਾ ਜੋ ਇਹ ਜਿਹੜਾ ਹਾਦਸਾ ਹੋਇਆ ਸੀ, ਇਹ ਰੋਪੜ ਦੇ ਨੇੜੇ ਵਾਪਰਿਆ ਹੈ, ਔਰ 5 ਜਿਹੜੇ ਨੌਜਵਾਨ ਜੇ ਕਹਿ ਦਈਏ ਜਾਂ ਵੱਡੇ ਸਨ, ਤੇ 2 ਬੱਚੇ ਹਲੇ ਵੀ ਲਾਪਤਾ ਨੇ। ਔਰ ਦੱਸਦੇ ਆ ਕਿ ਪੁਲ ਦੇ ਉੱਤੇ ਜਦੋਂ ਬੱਸ ਕਾਰ ਲੰਘ ਰਹੀ ਸੀ ਤਾਂ ਬੱਸ ਨੇ ਪਿੱਛੋਂ ਟੱਕਰ ਮਾਰੀ ਆ ਕੇ, ਤੇ ਜਿਸ ਦੇ ਕਾਰਨ ਇਹ ਜਿਹੜੀ ਕਾਰ ਸੀ ਉਹ ਬੇਕਾਬੂ ਹੋ ਕੇ ਭਾਖੜਾ ਨਹਿਰ ਦੇ ਵਿੱਚ, ਪਾਣੀ ਬੜਾ ਤੇਜ਼ ਜਾਂਦਾ ਹੁੰਦਾ ਹੈ, ਉਹਦੇ ਵਿੱਚ ਡਿੱਗ ਗਈ ਆ। ਜਦੋਂ ਕਾਰ ਨੂੰ ਕੱਢਿਆ ਗਿਆ, ਸਵੇਰ ਦੀ ਦੇਖਿਆ ਗਿਆ ਕਿ ਸਵੇਰੇ 10 ਵਜੇ, 10:30 ਵਜੇ ਵਾਕਿਆ ਹੋਇਆ। ਇਹ ਰਾਜਸਥਾਨ ਤੋਂ ਜਿਹੜੇ ਲੋਕ ਸਨ, ਇਹ ਇੱਧਰ ਕੁੱਲੂ ਮਨਾਲੀ ਪਹਾੜੀ ਏਰੀਏ ਦੀ ਸੈਰ ਕਰਕੇ ਵਾਪਸ ਆ ਰਹੇ ਸਨ, ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕਰ ਰਹੇ ਸੀ ਨਾਲ ਦੀ ਨਾਲ। ਇਹਨਾਂ ਬੱਚਿਆਂ ਦਾ ਬੜੀ ਹੀ ਅਣਹੋਣੀ ਵਾਪਰੀ ਹੈ, ਔਰ ਮ੍ਰਿਤਕ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀ ਜਾਣਕਾਰੀ ਸਾਨੂੰ ਮਿਲਦੀ ਹੈ। ਤੇ ਇੱਕ ਖਬਰ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਜੋ ਬਿਕਰਮ ਸਿੰਘ ਮਜੀਠੀਆ, ਜਿਹੜੇ ਕਿ ਪੰਜਾਬ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਨੇ, ਰੈਵਨਿਊ ਮਿਨਿਸਟਰ ਵੀ ਰਹਿ ਚੁੱਕੇ ਨੇ, ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਬੜੇ ਲੰਮੇ ਸਮੇਂ ਤੋਂ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਸੀ, ਉਹਨਾਂ ਦੇ ਵਿੱਚ ਇਸ ਦਾ ਨਾਮ ਆਇਆ ਸੀ, ਜਿਹੜਾ ਕਿ ਇੱਕ DSP ਜਗਦੀਸ਼ ਭੋਲਾ, ਉਹਨਾਂ ਨੇ ਇਸ ਦਾ ਨਾਮ ਜ਼ਾਹਰ ਕੀਤਾ ਸੀ। ਤੇ ਇਸ ਦੀ ਜਿਹੜੀ ਹੁਣੇ ਮੋਹਾਲੀ ਦੀ ਅਦਾਲਤ ਨੇ ਇੱਕ ਵੀਡੀਓ ਕਾਨਫਰੰਸ ਦੇ ਰਾਹੀਂ ਜਿਹੜੀ ਇਹਨਾਂ ਦੀ ਕੇਸ ਦੀ ਸੁਣਵਾਈ ਚੱਲੀ ਆ, ਔਰ ਪਤਾ ਹੈ ਕਿ ਜੋ ਪੰਜਾਬ ਦੀਆਂ ਹੁਣੇ ਇਲੈਕਸ਼ਨਾਂ ਹੋ ਕੇ ਹਟੀਆਂ, ਉਹਨਾਂ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਔਰ ਮਜੀਠੀਆ ਜੀ ਦੀ ਜਿਹੜੀ ਰਿਮਾਂਡ ਹੈ ਉਹਨਾਂ ਦਾ, ਉਹ 4 ਮਈ ਤੱਕ ਹੋਰ ਵਧਾ ਦਿੱਤਾ ਗਿਆ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਭਵਿੱਖ ਹੈ, ਜੋ ਪੋਲੀਟੀਕਲ ਜਾਂ ਰਾਜਨੀਤਿਕ ਭਵਿੱਖ ਹੈ, ਉਸ ਦੇ ਉੱਤੇ
ਇਹ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ ਇਸ ਕੇਸ ਦਾ, ਜਾਂ ਇਸ ਕੇਸ ਦਾ ਜਿਹੜਾ ਫੈਸਲਾ ਹੈ ਉਹ ਕਦੋਂ ਆਉਂਦਾ ਹੈ, ਤੁਹਾਨੂੰ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਦੇਵਾਂਗੇ। ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਸਿੰਘ ਜੀ ਕੰਦੋਲਾ। ਬਲਦੇਵ ਸਿੰਘ ਜੀ ਕੰਦੋਲਾ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਨੇ ਤੇ ਉਹ ਅੱਖ ਰੱਖਦੇ ਨੇ ਸਾਰੀ ਦੁਨੀਆ ਦੀ ਜਿਹੜੀ ਰਾਜਨੀਤਿਕ ਹੈ ਗਤੀਵਿਧੀਆਂ ਨੇ, ਚਾਹੇ ਉਹ ਵਿਗਿਆਨਕ ਨੇ, ਚਾਹੇ ਉਹ ਧਾਰਮਿਕ ਨੇ, ਰਾਜਨੀਤਿਕ ਨੇ, ਉਹਨਾਂ ਦੀ ਵੀ ਇਹ ਖਾਸ ਜੇ ਕਹਿ ਦਈਏ ਉਹਨਾਂ ਦਾ ਇੱਕ ਦਿਲਚਸਪੀ ਵੀ ਹੈ, ਤੇ ਨਾਲ ਉਹਨਾਂ ਜਿਹੜੀ ਖੋਜ ਹੁੰਦੀ ਆ ਬੜੀ ਖੋਜ ਭਰਪੂਰ ਹੁੰਦੀ ਆ। ਤੇ ਥੋੜੀ ਜਿਹੀ ਅਸੀਂ ਗੱਲਬਾਤ ਕਰ ਦਈਏ ਸ਼ੁਰੂ ਕਰਨ ਤੋਂ ਪਹਿਲਾਂ ਕਿ ਹੁਣੇ ਬਰਤਾਨੀਆ ਦੇ ਵਿੱਚ ਤਾਂ ਪਹਿਲਾਂ ਦੇਖਿਆ ਜਾਵੇ ਕਿ ਬੜੇ ਲੰਮੇ ਸਮੇਂ ਤੋਂ ਲੋਕ ਜਿਹੜੇ ਸ਼ਰਨਾਰਥੀ ਆ ਜਾਂ ਪੋਲੀਟੀਕਲ ਅਸਾਈਲਮ ਲੈਣ ਵਾਸਤੇ ਇਸ ਮੁਲਕ ਵਿੱਚ ਆਉਂਦੇ ਰਹੇ ਆ, ਆਉਂਦੇ ਵੀ ਰਹਿਣਗੇ ਮੇਰੇ ਖਿਆਲ ਦੇ ਵਿੱਚ। ਦੇਖਦੇ ਆ ਕਿ ਬੜੇ ਲੰਮੇ ਸਮੇਂ ਤੋਂ ਇਹ ਜਿਹੜੇ ਲੋਕ ਜ਼ੋਖਮ, ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਕੇ, ਮਤਲਬ ਕਹਿੰਦੇ ਹੁੰਦੇ ਆ ਸੀਸ ਨੂੰ ਤਲੀ ਤੇ ਟਿਕਾ ਕੇ ਇਹ ਜਿਹੜੇ ਲੋਕ ਨੇ ਇਸ ਸਮੁੰਦਰਾਂ ਦੇ ਰਾਹੀਂ ਆਉਂਦੇ ਨੇ, ਔਰ ਹੋਰ ਵੀ ਬਹੁਤ ਲੰਮੇ ਸਮੇਂ ਤੋਂ ਜਿਹੜੇ ਲੋਕ ਇਸ ਮੁਲਕ ਵਿੱਚ ਆ ਰਹੇ ਨੇ। ਪਰ ਕਿਉਂਕਿ ਇੱਥੇ ਦੀ ਜਿਹੜੀ ਸਿਰਦਰਦੀ ਆ ਵੱਧਦੀ ਜਾ ਰਹੀ ਆ, ਔਰ ਬਹੁਤ ਸਾਰੀਆਂ ਜੇ ਦੇਖਿਆ ਜਾਵੇ ਇਹਨਾਂ ਲੋਕਾਂ ਦੀਆਂ ਸਮੁੰਦਰ ਵਿੱਚ ਡੁੱਬ ਕੇ ਮੌਤਾਂ ਵੀ ਹੋਈਆਂ ਨੇ, ਬੇੜੀਆਂ ਡੁੱਬ ਗਈਆਂ ਨੇ। ਬੜੇ ਲੰਮੇ ਸਮੇਂ ਤੋਂ ਨੌਜਵਾਨ, ਪੰਜਾਬ ਦੇ ਨੌਜਵਾਨ ਵੀ ਯਤਨ ਕਰਦੇ ਰਹੇ ਆ। ਜਿਹੜੀ ਹੁਣ ਨਵੀਂ ਜਿਹੜੀ ਸਥਿਤੀ ਪੈਦਾ ਹੋਈ ਆ ਬਰਤਾਨੀਆ ਦੇ ਵਿੱਚ, ਇੱਥੋਂ ਦੀ ਜਿਹੜੀ ਹੋਮ ਮਿਨਿਸਟਰ ਹੈਗੀ ਆ ਪ੍ਰੀਤੀ ਪਟੇਲ, ਉਸਨੇ ਰਵਾਂਡਾ ਦੇ ਜਿਹੜਾ ਵਿੰਸਨ ਬਰੂਚ ਹੈ ਉਸਦੇ ਨਾਲ ਇੱਕ ਗੱਲਬਾਤ ਕੀਤੀ ਹੈ, ਡੀਲ ਕੀਤੀ ਹੈ। 120 ਮਿਲੀਅਨ ਦਾ ਇਹਨਾਂ ਨੇ ਸੌਦਾ ਕੀਤਾ ਹੈ, ਤੇ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਤੇ ਆਓ ਅਸੀਂ ਜੋੜਦੇ ਹਾਂ ਆਪਣੇ ਨਾਲ ਬਲਦੇਵ ਸਿੰਘ ਜੀ ਕੰਦੋਲਾ ਜੀ ਨੂੰ, ਉਹਨਾਂ ਦਾ ਸਵਾਗਤ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ। ਬਲਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪੰਜਾਬ ਦੀ ਜਿਹੜੀ ਇੱਕ ਬੱਸ ਡਿੱਗੀ ਸੀ ਇੱਕ ਖੱਡ ਦੇ ਵਿੱਚ, 5 ਬੰਦੇ ਕਾਰ ਚੋਂ ਮਰ ਗਏ ਨੇ। ਏਦਾਂ ਦੀਆਂ ਬੇੜੀਆਂ ਜਿਹੜੀਆਂ ਉਹ ਕਿੰਨੇ ਲੋਕ ਮਰੇ ਹੋਣਗੇ ਜਦੋਂ ਬੇੜੀਆਂ ਡੁੱਬਦੀਆਂ ਹੋਣਗੀਆਂ। ਤੇ ਇਸੇ ਗੱਲਬਾਤ ਨੂੰ ਲੈ ਕੇ ਤੁਸੀਂ ਇਹ ਜਿਹੜੀ ਹੁਣ ਸੰਧੀ ਕੀਤੀ ਹੈ ਬਰਤਾਨੀਆ ਦੀ ਸਰਕਾਰ ਨੇ, ਜਿਹਦੇ ਵਿੱਚ ਬਰਤਾਨੀਆ ਦੇ ਬਹੁਤ ਸਾਰੇ ਲੋਕਾਂ ਨੇ ਇਹਨੂੰ ਇੱਕ ਚੰਗਾ ਕਦਮ ਦੱਸਿਆ ਹੈ ਕਿ ਜਿਹੜੇ ਇੱਥੇ ਲੋਕ ਆ ਰਹੇ ਨੇ ਉਹਨਾਂ ਨੂੰ ਪਹਿਲਾਂ ਹਾਊਸਿੰਗ ਦੀ ਪ੍ਰੋਬਲਮ ਹੈ, ਸਕੂਲਾਂ ਦੀ ਪ੍ਰੋਬਲਮ ਹੈ, ਨੈਸ਼ਨਲ ਹੈਲਥ ਸਰਵਿਸ ਦੇ ਉੱਤੇ ਬੜਾ ਭਾਰ ਪੈਂਦਾ ਹੈ, ਔਰ ਹਾਊਸਿੰਗ ਜਿਹੜੀ ਪ੍ਰੋਬਲਮ ਆ ਰਹੀ ਹੈ, ਲੋਕਾਂ ਨੂੰ ਘਰ ਨਹੀਂ ਮਿਲਦੇ ਹੈਗੇ, ਤੇ ਬੜੀਆਂ ਮੁਸ਼ਕਲਾਂ ਆ ਰਹੀਆਂ ਸੀ। ਤੇ ਤੁਸੀਂ ਇਸ ਡੀਲ ਬਾਰੇ, ਇਸ ਸੰਧੀ ਬਾਰੇ ਕੀ ਕਹਿਣਾ ਚਾਹੁੰਦੇ ਆ, ਜਾਂ ਸਾਡਾ ਜਿਹੜਾ ਮੀਡੀਆ ਉਹ ਕੀ ਕਹਿ ਰਿਹਾ ਹੈ ਜੀ? ਬਿਲਕੁਲ ਚੰਦਰਪਾਲ ਜੀ, ਤੁਸੀਂ ਇਹਦਾ ਜ਼ਿਕਰ ਕੀਤਾ ਹੈਗਾ ਸ਼ਰਨਾਰਥੀਆਂ ਦਾ। ਇਹ ਕੋਈ ਨਵੀਂ ਸਮੱਸਿਆ ਨਹੀਂ ਹੈਗੀ। ਜਦੋਂ ਤੱਕ ਦਾ ਮੈਂ ਇੱਥੇ ਇੰਗਲੈਂਡ ਦੇ ਵਿੱਚ ਆਇਆ, ਉਦੋਂ ਤੋਂ ਹੀ ਪਿਛਲੇ 40-50 ਸਾਲ ਤੋਂ ਇਹ ਸਮੱਸਿਆ ਜਿਹੜੀ ਚੱਲਦੀ ਆ ਰਹੀ ਆ, ਇਹ ਕਦੇ ਖਤਮ ਨਾ ਹੋਈ ਆ, ਨਾ ਇਹਦੇ ਕੋਈ ਖਤਮ ਹੋਣ ਦੇ ਆਸਾਰ ਲੱਗਦੇ ਹੀ ਹੈਗੇ ਆ। ਤੇ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਹੈਗੀਆਂ ਉਹ ਆਪਣੇ ਹਿਸਾਬ ਦੇ ਨਾਲ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀਆਂ, ਪਰ ਕਈ ਵਾਰੀ ਉਹ ਹੱਥ ਖੜੇ ਕਰਕੇ ਇਹਦੀ ਵਿਆਖਿਆ ਵੀ ਕਰ ਦਿੰਦੇ ਆ ਕਿ ਬਈ ਇਹ ਸਮੱਸਿਆ ਕੋਈ ਹੱਲ ਹੋਣ ਵਾਲੀ ਨਹੀਂ ਹੈਗੀ। ਇਹਦਾ ਸੰਬੰਧ ਜਿਹੜਾ ਹੈਗਾ ਬਹੁਤ ਦੁਨੀਆ ਦੀਆਂ ਬਹੁਤ ਸਮੱਸਿਆਵਾਂ ਦੇ ਨਾਲ ਜੁੜਿਆ ਆ, ਔਰ ਉਹ ਸਮੱਸਿਆਵਾਂ ਜਿਹੜੀਆਂ ਕਿ ਰਾਜਨੀਤੀ ਦੀਆਂ ਵੀ ਹੈਗੀਆਂ ਤੇ ਆਰਥਿਕ ਸਮੱਸਿਆ ਵੀ ਹੈਗੀਆਂ। ਬਹੁਤ ਸਾਰੇ ਲੋਕ ਤਾਂ ਆਰਥਿਕ ਪੀੜਤ ਹੋ ਕੇ ਇਹ ਜਿਹੜੇ ਯੂਰਪੀਅਨ ਮੁਲਕਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਯੂਰਪ ਦੇ ਵਿੱਚ ਜਿਹੜੇ ਲੋਕ ਬੜੇ ਖੁਸ਼ਹਾਲ ਹੈਗੇ ਆ, ਇੱਥੇ ਨੌਕਰੀਆਂ ਖੁੱਲੀਆਂ ਮਿਲ ਜਾਂਦੀਆਂ। ਔਰ ਦੂਸਰੀ ਗੱਲ ਹੈਗੀ ਕਿ ਦੁਨੀਆ ਦੀ ਜਿਹੜੀ ਰਾਜਨੀਤਿਕ ਸਥਿਤੀ ਹੈਗੀ ਆ, ਤੁਹਾਨੂੰ ਪਤਾ ਕਿ ਬਈ ਇਧਰ ਸੀਰੀਆ ਦੇ ਵਿੱਚ, ਈਰਾਨ, ਇਰਾਕ ਦੇ ਵਿੱਚ ਜਿਹੜੀਆਂ ਲੜਾਈਆਂ ਲੱਗੀਆਂ ਸੀ, ਅਫਗਾਨਿਸਤਾਨ ਦੇ ਵਿੱਚ ਤੇ ਲੀਬੀਆ ਦੇ ਵਿੱਚ ਜੋ ਕੁਝ ਹੋਇਆ ਹੈਗਾ, ਉਹ ਲੋਕ ਉਹਨਾਂ ਲੜਾਈਆਂ ਤੋਂ ਅੱਕ ਕੇ ਫਿਰ ਯੂਰਪ ਵੱਲੋਂ ਆਉਂਦੇ ਆ। ਇਹ ਸਮੱਸਿਆ ਭਾਵੇਂ ਆਪਣੇ ਦੇਸ਼ ਦੇ ਵਿੱਚ, ਯੂਕੇ ਦੇ ਵਿੱਚ ਇਹਨੂੰ ਬਹੁਤ ਵਧਾ ਚੜਾ ਕੇ ਕੀਤਾ ਜਾਂਦਾ ਲੋਕਾਂ ਦੇ ਵਿੱਚ, ਪਰ ਜੇ ਤੁਸੀਂ ਦੇਖੋ ਤੇ ਯੂਰਪ ਦੇ ਹਰ ਮੁਲਕ ਦੇ ਵਿੱਚ ਇਹ ਸਮੱਸਿਆ ਹੈਗੀ ਆ। ਇਟਲੀ ਦੇ ਵਿੱਚ ਹੈਗੀ ਆ, ਜਰਮਨੀ ਦੇ ਵਿੱਚ ਹੈਗੀ, ਫਰਾਂਸ ਦੇ ਵਿੱਚ ਹੈਗੀ ਆ। ਤੇ ਆ ਜਿਹੜਾ ਸਮੱਸਿਆ ਦਾ ਹੱਲ ਤੁਸੀਂ ਜ਼ਿਕਰ ਕੀਤਾ ਕਿ ਰਵਾਂਡਾ ਦੇ ਨਾਲ ਸੰਧੀ ਕਰਕੇ ਯੂਕੇ ਦੀ ਹੁਣ ਦੀ ਸਰਕਾਰ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਆ। ਇਹਦੀ ਲੋਕਾਂ ਨੇ ਬੜੀ ਨਿੰਦਾ ਕੀਤੀ ਆ ਕਿ ਬਈ ਇਹ ਅਨਐਥੀਕਲ ਆ, ਔਰ ਕਿਸੇ ਹੱਦ ਤੱਕ ਲੱਗਦਾ ਵੀ ਆ ਕਿ ਉਹ ਜਿਹੜੀ ਰਵਾਂਡਾ ਦੀ ਸਰਕਾਰ ਨੂੰ ਇਹਨਾਂ ਨੇ ਲਗਭਗ ਕਿੰਨੇ 115 ਮਿਲੀਅਨ ਪਾਉਂਡ ਦੇ ਕੇ ਜਿਹੜੀ ਯੂਕੇ ਦੀ ਸਮੱਸਿਆ ਉਹਨਾਂ ਦੇ ਉੱਤੇ ਠੋਪ ਦਿੱਤੀ ਹੈਗੀ ਆ ਕਿ ਬਈ ਉਹ ਇਸ ਦਾ ਹੱਲ ਕਰਨਗੇ। ਦੇਖੋ, ਰਵਾਂਡਾ ਜਿਹੜਾ ਆ ਉਹ ਅਫਰੀਕਾ ਦਾ ਸਭ ਤੋਂ ਜ਼ਿਆਦਾ ਗਰੀਬ ਮੁਲਕ
ਔਰ ਉੱਥੇ ਜਿਹੜੀ ਆ ਮਨੁੱਖੀ ਹੱਕਾਂ ਦਾ ਜੋ ਘਾਣ ਕੀਤਾ ਜਾਂਦਾ, ਉਹ ਬ੍ਰਿਟਿਸ਼ ਦੀ ਸਰਕਾਰ ਨੂੰ ਵੀ ਪਤਾ, ਬਾਕੀਆਂ ਨੂੰ ਵੀ ਪਤਾ ਹੈਗਾ ਕਿ ਇਹਨਾਂ ਨੇ ਉਸ ਸਰਕਾਰ ਨੂੰ ਪੈਸੇ ਦੇ ਕੇ ਆਪਣੀ ਸਮੱਸਿਆ ਉਹਨਾਂ ਦੇ ਗਲ ਪਾ ਦਿੱਤੀ ਹੈਗੀ ਆ। ਇਹ ਦੂਸਰੇ ਮੁਲਕਾਂ ਨੇ ਵੀ ਕੀਤਾ ਹੈਗਾ, ਤੁਹਾਨੂੰ ਪਤਾ ਇਜ਼ਰਾਈਲ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਨੇ ਵੀ ਇਹ ਬੀਤੇ ਸਮੇਂ ਵਿੱਚ ਕੀਤਾ ਸੀ, ਉਹ ਵੀ ਕਾਮਯਾਬ ਨਹੀਂ ਹੋਏ। ਲੱਗਦਾ ਆ ਕਿ ਬਈ ਬ੍ਰਿਟਨ ਵੀ ਇਹਦੇ ਵਿੱਚ ਕੋਈ ਕਾਮਯਾਬੀ ਹਾਸਲ ਨਹੀਂ ਕਰੇਗਾ, ਮੈਨੂੰ ਲੱਗਦਾ ਜੀ। ਪਰ ਮੈਂ ਦੇਖਿਆ ਗਿਆ ਕਿ ਜੋ ਹੁਣੇ ਈਸਟਰ ਲੰਘ ਕੇ ਗਿਆ ਹੈ, ਔਰ ਜਿੰਨੇ ਵੀ ਸਾਡੇ ਜਿਹੜੇ ਕ੍ਰਿਸਚੀਅਨ ਭੈਣ ਭਰਾ ਨੇ ਉਹਨਾਂ ਨੇ ਜਿਹੜਾ ਈਸਟਰ ਨੂੰ ਮਨਾਇਆ ਹੈ, ਬੜੀਆਂ ਖੁਸ਼ੀਆਂ ਹੋਈਆਂ ਨੇ। ਤੇ ਨਾਲ ਦੀ ਨਾਲ ਜਿਹੜੇ ਚਰਚ ਆਫ ਇੰਗਲੈਂਡ ਦੇ ਜਿਹੜੇ ਹੈੱਡ ਨੇ ਜਾਂ ਜਿਹੜੇ ਆਰਚ ਬਿਸ਼ਪ ਵੈਲਬੀ ਹਨ, ਉਹਨਾਂ ਨੇ ਇਸ ਚੀਜ਼ ਨੂੰ ਬੜਾ ਕੰਡੈਮ ਕੀਤਾ। ਉਹਨਾਂ ਨੇ ਤੁਹਾਡੇ ਵਾਲੀ ਗੱਲ ਕੀਤੀ ਆ ਵੀ ਅਨਐਥੀਕਲ ਹੈ, ਵੀ ਇਹ ਅਨਗੋਡਲੀ ਆ, ਇਹ ਵਧੀਆ ਨਹੀਂ ਹੈਗਾ। ਤੁਸੀਂ ਇਹਦੇ ਬਾਰੇ ਵੀ ਕੀ ਕਹਿਣਾ ਚਾਹੁੰਦੇ ਆ? ਤੇ ਨਾਲ ਦੀ ਨਾਲ ਇਹਦੇ ਉੱਤੇ ਜਿਹੜੇ ਐਮਪੀਜ਼ ਨੇ ਇੱਥੋਂ ਦੇ, ਖਾਸ ਤੌਰ ਤੇ ਪ੍ਰੀਤੀ ਪਟੇਲ ਜਾਂ ਬਹੁਤ ਸਾਰੇ ਐਮਪੀਜ਼ ਨੇ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਵੈਲਬੀ ਦੇ ਉੱਤੇ ਅਟੈਕ ਸ਼ੁਰੂ ਕੀਤੇ ਹੈਗੇ ਆ। ਤੁਸੀਂ ਇਹ ਜਿਹੜੀ ਕਸ਼ਮਕਸ਼ ਚੱਲ ਰਹੀ ਹੈਗੀ ਆ ਪੋਲਿਟਿਕਸ ਦੀ ਅਤੇ ਧਰਮ ਦੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ ਵੀ ਇਹਦੇ ਵਿੱਚ ਭਾਵੇਂ ਉਹ ਧਰਮ ਦੇ ਜਿਹੜੇ ਆਗੂ ਹੈਗੇ ਆ ਉਹ ਇਹਦੇ ਵਿੱਚ ਸ਼ਾਮਿਲ ਹੋਏ ਹੈਗੇ ਆ, ਬਿਲਕੁਲ ਉਹਨਾਂ ਦੀ ਜਿਹੜੀ ਸਟੇਟਮੈਂਟਸ ਆਈਆਂ ਬਿਲਕੁਲ ਠੀਕ ਹੈਗੀਆਂ। ਦੇਖੋ ਜੇ ਤੁਸੀਂ ਇੱਕ ਮਨੁੱਖਤਾ ਦੇ ਤੌਰ ਤੇ ਦੇਖੋ, ਇਸ ਸਮੱਸਿਆ ਦਾ ਹੱਲ ਇੱਕ ਅਫਰੀਕਾ ਦੇ ਬਹੁਤ ਹੀ ਗਰੀਬ ਮੁਲਕ ਨੂੰ ਪੈਸੇ ਦੇ ਕੇ, ਜਿਹੜੇ ਸ਼ਰਨਾਰਥੀ ਇੱਥੇ ਆਉਂਦੇ ਆ ਉਹਨਾਂ ਨੂੰ ਇੱਕ ਪਾਸੇ ਦੀ ਟਿਕਟ ਦੇ ਕੇ ਉਧਰ ਨੂੰ ਭੇਜ ਦਿੱਤਾ ਜਾਂਦਾ। ਉਹ ਪੀੜਤ ਤਾਂ ਪਹਿਲਾਂ ਹੀ ਹੈਗੇ ਆ, ਉਹਨਾਂ ਹੀ ਮੁਲਕਾਂ ਤੋਂ ਪੀੜਤ ਹੋ ਕੇ ਆਉਂਦੇ ਆ ਜਿਨ੍ਹਾਂ ਮੁਲਕਾਂ ਦੇ ਵਿੱਚ ਇਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈਗਾ। ਸੋ ਮੈਂ ਸਮਝਦਾ ਕਿ ਬਈ ਇਹ ਜਿਹੜੇ ਧਰਮ ਦੇ ਲੀਡਰ ਹੈਗੇ ਆ, ਇਹ ਕਿਸੇ ਹੱਦ ਤੱਕ ਸਹੀ ਵੀ ਹੈਗੇ ਆ। ਬਾਕੀ ਗੱਲ ਹੈਗੀ ਆ ਕਿ ਜਿਹੜੀ ਸਰਕਾਰ ਦੀ ਆ, ਪ੍ਰੀਤੀ ਪਟੇਲ ਹੈਗੀ ਜਾਂ ਆਪਣੇ ਪ੍ਰਧਾਨ ਮੰਤਰੀ ਹੈਗੇ ਆ, ਉਹਨਾਂ ਨੂੰ ਉਹ ਦਿਖਾਲਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਬਈ ਅਸੀਂ ਇਹਦਾ ਹੱਲ ਕਰ ਰਹੇ ਹਾਂ, ਜਿਹੜਾ ਕਿ ਪਹਿਲੀਆਂ ਸਰਕਾਰਾਂ ਤੋਂ ਕਦੇ ਵੀ ਇਹ ਜਿਹੜੇ ਸ਼ਰਨਾਰਥੀਆਂ ਦੀ ਸਮੱਸਿਆ ਇਹ ਕਦੇ ਵੀ ਹੱਲ ਨਹੀਂ ਹੋਈ। ਇਹ ਹੱਲ ਉਹਨਾਂ ਚਿਰ ਹੋ ਵੀ ਨਹੀਂ ਸਕਦੀ ਜਿੰਨਾ ਚਿਰ ਸਾਰੀ ਦੁਨੀਆ ਦੀ ਜਿਹੜੀ ਆਰਥਿਕ ਸਥਿਤੀ ਹੈਗੀ ਆ ਤੇ ਜਿਹੜੀ ਸੁਰੱਖਿਆ ਦੀ ਸਥਿਤੀ ਆ ਉਹ ਨਹੀਂ ਬਦਲ ਜਾਂਦੀ, ਜਿੰਨਾ ਚਿਰ ਯੂਰਪੀਅਨ ਮੁਲਕ ਜਿਹੜੇ ਹੈਗੇ ਆ ਦੂਸਰੇ ਗਰੀਬ ਮੁਲਕਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਉਹਨਾਂ ਚਿਰ ਇਹ ਸਮੱਸਿਆ ਕਦੇ ਵੀ ਹੱਲ ਨਹੀਂ ਹੋਣੀ। ਤੇ ਬਾਕੀ ਆ ਜਾਂਦਾ ਕਿ ਬਈ ਹੁਣ ਦੀ ਸਰਕਾਰ ਨੇ ਜੋ ਇਹ ਕੋਸ਼ਿਸ਼ ਕੀਤੀ ਹੈਗੀ ਇਸ ਸਮੱਸਿਆ ਨੂੰ ਹੱਲ ਕਰਨ ਦੀ, ਮੇਰਾ ਖਿਆਲ ਹੈ ਕਿ ਬਈ ਉਹ ਇਹ ਰਾਜਨੀਤੀ ਖੇਲ ਰਹੇ ਆ। ਯੂਕੇ ਦੇ ਲੋਕਾਂ ਨੂੰ ਇਹ ਦਿਖਾਲਣਾ ਚਾਹੁੰਦੇ ਆ ਕਿ ਜੀ ਅਸੀਂ ਕੁਝ ਕਰ ਰਹੇ ਹੈਗੇ ਆ। ਉਹਨਾਂ ਨੂੰ ਵੀ ਪਤਾ, ਹਰ ਇੱਕ ਨੂੰ ਪਤਾ ਕਿ ਬਈ ਇਹ ਜਿਹੜੀ ਸਮੱਸਿਆ ਦਾ ਹੱਲ ਆ ਇਹ ਕਦੇ ਵੀ ਕਾਮਯਾਬ ਨਹੀਂ ਹੋਣਾ, ਔਰ ਇਹਨਾਂ ਨੇ ਯੂਕੇ ਦੇ ਲੋਕਾਂ ਦੇ ਪੈਸੇ ਵਰਤ ਕੇ ਉਹ ਦਿਖਾਲਣ ਦੀ ਕੋਸ਼ਿਸ਼ ਕਰਦੇ ਆ ਕਿ ਬਈ ਸ਼ਾਇਦ ਅਸੀਂ ਇਹਨੂੰ ਹੱਲ ਕਰ ਸਕਾਂਗੇ, ਪਰ ਇਹ ਕੋਈ ਹੱਲ ਨਹੀਂ ਹੈਗਾ ਜੀ। ਠੀਕ ਹੈ, ਤੁਹਾਡੇ ਵਿਚਾਰ ਅਸੀਂ ਨੋਟ ਕਰ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਇਸ ਜਿਹੜੀ ਸੰਧੀ ਕੀਤੀ ਗਈ ਹੈ ਇਹਦਾ ਕੀ ਅਸਰ ਪੈਂਦਾ ਹੈ। ਤੇ ਨਾਲ ਦੀ ਨਾਲ ਹੁਣ ਅਸੀਂ ਗੱਲ ਕਰਾਂਗੇ ਜਿਹੜੀ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ ਜੋ ਬਰਤਾਨਵੀ ਸਰਕਾਰ ਹੈ ਇਹਨੇ ਖਾਸ ਤੌਰ ਦੇ ਉੱਤੇ ਜੋ ਕੋਵਿਡ ਦੀ ਮਹਾਮਾਰੀ ਦਾ ਜਿਹੜਾ ਸਾਰਾ ਇਹ ਕੇਸ ਦਾ ਮਾਮਲਾ ਸੀ ਉਸ ਨੂੰ ਚੰਗੀ ਤਰ੍ਹਾਂ ਨਜਿੱਠਣ ਦੀ ਬਜਾਏ ਉਸ ਦੇ ਵਿੱਚ ਉਹਨਾਂ ਦੀ ਬੇੜੀਆਂ ਵਿੱਚ ਬੱਟੇ ਪਾਇਆ, ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਆਪਣੀਆਂ ਪਾਰਟੀਆਂ ਕੀਤੀਆਂ ਨੇ, ਜਿਸ ਕਰਕੇ ਬੋਰਿਸ ਜੌਨਸਨ ਵੀ ਜੇ ਕਹਿ ਦਈਏ ਇਹ ਲੋਕਾਂ ਦੀ ਹਿੱਟ ਲਿਸਟ ਉੱਤੇ ਆ ਗਏ ਨੇ। ਪਿੱਛੇ ਉਹਨਾਂ ਨੂੰ ਫਾਈਨ ਵੀ ਕੀਤੇ ਗਏ, ਜੁਰਮਾਨੇ ਵੀ ਕੀਤੇ ਗਏ। ਅਸੀਂ ਇਹ ਵੀ ਸੋਚਦੇ ਹਾਂ ਬਲਦੇਵ ਜੀ ਕਿ ਜੋ ਹੁਣ ਲੜਾਈ ਲੱਗੀ ਹੈ ਯੂਕਰੇਨ ਦੀ, ਜਿਹਦਾ ਅਸੀਂ ਬਾਅਦ ਵਿੱਚ ਜ਼ਿਕਰ ਕਰਾਂਗੇ ਥੋੜਾ ਜਿਹਾ, ਕਿ ਹੁਣ ਤੁਹਾਨੂੰ ਲੱਗਦਾ ਸੀ ਕਿ ਜਿਹੜਾ ਬੋਰਿਸ ਜੌਨਸਨ ਹੈ ਉਸ ਦਾ ਬਚਾਅ ਹੋ ਜਾਵੇਗਾ, ਤੁਹਾਨੂੰ ਕੀ ਹੁਣ ਨਜ਼ਰ ਆ ਰਿਹਾ ਹੈ ਇਸ ਵੇਲੇ? ਦੇਖੋ ਜੀ, ਜਦੋਂ ਇਹ ਮਸਲਾ ਜਿਹੜਾ ਨਾ ਬਾਹਰ ਆਇਆ ਹੈਗਾ, ਜੋ ਅਖਬਾਰਾਂ ਨੇ ਕਾਫੀ ਚੰਗੀ ਤਰ੍ਹਾਂ ਉਛਾਲਿਆ ਪਿਛਲੇ ਕਈ ਮਹੀਨਿਆਂ ਤੋਂ, ਉਹਦੇ ਤੇ ਇਹ ਖਤਰਾ ਪੈਦਾ ਹੋ ਗਿਆ ਸੀ ਕਿ ਬੋਰਿਸ ਜੌਨਸਨ ਨੂੰ ਅਸਤੀਫਾ ਦੇਣਾ ਹੀ ਪਵੇਗਾ। ਉਹ ਕਿਉਂਕਿ ਯੂਕਰੇਨ ਦੀ ਲੜਾਈ ਹੋਈ ਆ, ਉਹਦੇ 'ਚ ਥੋੜੀ ਜਿਹੀ ਚੁੱਪਚਾਂਦ ਹੋ ਗਈ ਸੀ, ਲੇਕਿਨ ਉਹਦੇ ਤੇ ਜਿਹੜਾ ਪੁਲਿਸ, ਜਿਹੜੀ ਲੰਡਨ ਦੀ ਪੁਲਿਸ ਹੈਗੀ ਆ, ਉਹਨਾਂ ਨੇ ਇਸ ਕੇਸ ਨੂੰ ਹੈਂਡਲ ਕੀਤਾ। ਜਦ ਉਹਨਾਂ ਨੇ ਪੁੱਛਤਾਛ ਕੀਤੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਬਈ ਇਹ ਸਰਕਾਰ, ਬੋਰਿਸ ਜੌਨਸਨ ਦੀ ਸਰਕਾਰ, ਜਿਹੜੀ ਕਿ ਆਮ ਲੋਕਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਪਾਰਟੀਆਂ ਨਹੀਂ ਕਰ ਸਕਦੇ, ਇੱਕ ਦੂਸਰੇ ਨੂੰ ਮਿਲ ਨਹੀਂ ਸਕਦੇ,
ਇਹ ਜਿਹੜੀ ਤਾਲਾਬੰਦੀ ਕੀਤੀ ਸੀ, ਤੁਹਾਨੂੰ ਆਪਣੇ ਘਰ ਵਿੱਚ ਰਹਿਣਾ ਪਵੇਗਾ, ਬਾਹਰ ਕਿਸੇ ਨੂੰ ਤੁਸੀਂ ਮਿਲ ਨਹੀਂ ਸਕਦੇ। ਤੁਹਾਨੂੰ ਪਤਾ ਕਿ ਆਪਾਂ ਇਹਨਾਂ ਪਾਬੰਦੀਆਂ ਦੇ ਵਿੱਚ ਦੀ ਗੁਜ਼ਰੇ ਹੈਗੇ ਆ, ਲੇਕਿਨ ਜਦ ਕਿ ਇਹ ਸਰਕਾਰ ਲੋਕਾਂ ਨੂੰ ਕਹਿ ਰਹੀ ਸੀ ਕਿ ਤੁਹਾਨੂੰ ਪਾਬੰਦੀਆਂ ਜਿਹੜੀਆਂ ਉਹ ਕਬੂਲ ਕਰਨੀਆਂ ਪੈਣਗੀਆਂ, ਤੇ ਆਪ ਇਹ ਸਰਕਾਰ ਆਪਣੇ ਦਫ਼ਤਰਾਂ ਦੇ ਵਿੱਚ ਪਾਰਟੀਆਂ ਕਰ ਰਹੀ ਸੀਗੀ, ਜਿਹਦਾ ਕਿ ਪਤਾ ਹੁਣ ਲੱਗਾ ਹੈਗਾ। ਹੁਣ ਤੱਕ ਪੁਲਿਸ ਨੇ 50 ਜੁਰਮਾਨੇ ਜਿਹੜੇ ਆ ਉਹ ਸਰਕਾਰ ਦੇ ਜਿਹੜੇ ਮਿਨਿਸਟਰ ਹੈਗੇ ਜਾਂ ਹੋਰ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਉਹਨਾਂ ਨੂੰ ਉਹ ਇਸ਼ੂ ਕੀਤੇ ਹੈਗੇ ਆ, ਔਰ ਉਹਦੇ ਵਿੱਚ ਬੋਰਿਸ ਜੌਨਸਨ ਨੂੰ ਵੀ ਇਹਦਾ ਜੁਰਮਾਨਾ ਹੋਇਆ ਹੈਗਾ ਕਿ ਇਹ ਬਿਨਾਂ ਲੋਕਾਂ ਦਾ ਖਿਆਲ ਰੱਖਦੇ ਹੋਏ ਇਹਨਾਂ ਨੇ ਪਾਰਟੀਆਂ ਕੀਤੀਆਂ। ਇਹ ਆਪਣਾ ਜਨਮ ਦਿਨ ਮਨਾ ਰਹੇ ਸੀਗੇ, ਔਰ ਉਹਦੀਆਂ ਫੋਟੋ ਵੀ ਬਾਹਰ ਆਈਆਂ, ਉਹਦੀਆਂ ਵੀਡੀਓਜ਼ ਵੀ ਬਾਹਰ ਆਈਆਂ ਹੈਗੀਆਂ। ਇਸ ਕਰਕੇ ਜਿਹੜਾ ਪੁਲਿਸ ਨੇ ਇਨਵੈਸਟੀਗੇਸ਼ਨ ਕੀਤਾ ਕਿ ਜਿਹੜਾ ਬੋਰਿਸ ਜੌਨਸਨ ਆਪਣਾ ਪ੍ਰਧਾਨ ਮੰਤਰੀ ਹੈਗਾ, ਉਹ ਵੀ ਇਸ ਚੀਜ਼ ਦਾ ਕੀ ਕਹਿੰਦੇ ਹੁੰਦੇ ਆ ਕਸੂਰਵਾਰ ਹੈਗਾ ਕਿ ਉਹਨੇ ਉਹ ਜਿਹੜੇ ਕਾਨੂੰਨ ਆਪ ਕਾਨੂੰਨ ਜਿਹਨੇ ਬਣਾਇਆ ਸੀਗਾ, ਉਹਨੇ ਉਹ ਕਾਨੂੰਨ ਭੰਗ ਕੀਤਾ ਹੈਗਾ। ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਕਿਹਾ ਹੈਗਾ ਕਿ ਵੀ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹ ਕਾਨੂੰਨ ਭੰਗ ਕਰ ਰਿਹਾ ਹੈਗਾ। ਦੇਖੋ, ਜਿਹੜਾ ਕਾਨੂੰਨ ਆਪ ਬਣਾ ਰਿਹਾ, ਜੇਕਰ ਉਹ ਕਹੇ ਕਿ ਮੈਨੂੰ ਪਤਾ ਨਹੀਂ ਸੀ ਕਿ ਕੀ ਮੈਂ ਉਹ ਭੰਗ ਕਰ ਰਿਹਾ, ਉਹਨੂੰ ਇਹ ਮਾਫ ਨਹੀਂ ਕੀਤਾ ਜਾ ਸਕਦਾ। ਆਮ ਜਨਤਾ ਨੂੰ ਤਾਂ ਕੀਤਾ ਜਾ ਸਕਦਾ, ਕਿਉਂਕਿ ਸ਼ਾਇਦ ਉਹਨਾਂ ਨੂੰ ਸਮਝ ਨਾ ਆਵੇ ਕਿ ਅਸਲੀ ਕਾਨੂੰਨ ਹੈਗਾ ਕੀ ਆ। ਜਿਸ ਇਨਸਾਨ ਨੇ ਕਾਨੂੰਨ ਬਣਾਇਆ ਹੋਵੇ, ਉਹਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਕਿ ਬਈ ਇਸ ਕਾਨੂੰਨ ਦੀਆਂ ਇੰਪਲੀਕੇਸ਼ਨਸ ਕੀ ਹੈਗੀਆਂ, ਤੇ ਉਹ ਜਿਹੜੀਆਂ ਪਾਰਟੀਆਂ ਕੀਤੀਆਂ ਗਈਆਂ ਹੈਗੀਆਂ ਉਹ ਬਿਲਕੁਲ ਕਾਨੂੰਨ ਨੂੰ ਭੰਗ ਕੀਤਾ। ਔਰ ਹੁਣ ਜਿਹੜੀ ਆਵਾਜ਼ ਉੱਠੀ ਹੈ ਕਿ ਬਈ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ, ਬਿਲਕੁਲ ਸਹੀ ਹੈਗੀ ਆ ਕਿ ਉਹ ਜ਼ਰੂਰ ਲੋਕਾਂ ਤੋਂ ਮਾਫੀ ਮੰਗਦੇ ਹੈਗੇ ਆ ਕਿ ਬਈ ਮੈਂ ਪਾਰਲੀਮੈਂਟ ਜਾ ਕੇ ਝੂਠ ਬੋਲਿਆ ਸੀ। ਅਜੇ ਵੀ ਉਹ ਇਹ ਕਹਿ ਰਹੇ ਆ ਕਿ ਬਈ ਉਹ ਜਿਹੜੀਆਂ ਪਾਰਟੀਆਂ ਕੀਤੀਆਂ ਗਈਆਂ ਉਹ ਕਾਨੂੰਨ ਦੇ ਵਿਰੁੱਧ ਨਹੀਂ ਸੀਗੀਆਂ, ਹਾਲਾਂਕਿ ਇਹਨਾਂ ਨੇ ਖੁਦ ਉਹ ਜਿਹੜਾ ਜੁਰਮਾਨਾ ਕੀਤਾ ਸੀਗਾ ਉਹ ਕਬੂਲ ਕੇ ਉਹ ਜੁਰਮਾਨਾ ਜਿਹੜਾ ਆ ਦੇ ਦਿੱਤਾ ਹੈਗਾ ਜੀ। ਚਲੋ ਬਲਦੇਵ ਜੀ, ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਪਰਛਾਵਾਂ ਹੈ ਕੋਵਿਡ ਦਾ, ਉਹ ਬੋਰਿਸ ਜੌਨਸਨ ਦੇ ਉੱਤੇ ਤੇ ਉਸਦੀ ਪਾਰਟੀ ਉੱਤੇ ਕਿੰਨਾ ਕੁ ਪੈਂਦਾ ਹੈ। ਕਿ ਇਹ ਤਾਂ ਪਤਾ ਉਹਨਾਂ ਨੇ, ਦੂਜੇ ਪਾਸੇ ਜਦੋਂ ਕੁਈਨ ਜਿਹੜੀ ਇੱਥੋਂ ਦੀ ਹੈਗੀ ਆ, ਮਹਾਰਾਣੀ ਹੈਗੀ ਆ, ਉਹਦੇ ਪਤੀ ਦਾ ਜਿਸ ਦਿਨ ਫਿਊਨਰਲ ਹੋਣਾ ਸੀਗਾ, ਉਸ ਦਿਨ ਰਾਤ ਨੂੰ ਵੀ ਇਹਨਾਂ ਨੇ ਚੰਗੀ ਸ਼ਕੀ ਆ ਉੱਥੇ 10 ਨੰਬਰ ਦੇ ਵਿੱਚ ਬੈਠ ਕੇ, ਤੇ ਉਸ ਤੇ ਇਹਨਾਂ ਨੂੰ ਜੁਰਮਾਨੇ ਭੁਗਤਣੇ ਪਏ ਆ। ਤੇ ਹੁਣ ਅਸੀਂ ਥੋੜਾ ਜਿਹਾ ਮੋੜਾ ਪਾਉਣੇ ਹੈਗੇ ਆ। ਹੁਣ ਜਿਹੜੀ ਇਸ ਵੇਲੇ ਸਾਰੀ ਦੁਨੀਆ ਦੇ ਉੱਤੇ ਜਿਹੜੀ ਖਬਰ ਆ ਉਹ ਅੱਗ ਵਾਂਗ ਫੈਲ ਚੁੱਕੀ ਆ, ਪਹਿਲੇ ਦੇਖਿਆ ਜਾਵੇ, ਉਹ ਹੈ ਜੋ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੋਇਆ ਹੈ। ਸੋ ਅਸੀਂ ਗੱਲਬਾਤ ਕਰਨ ਦੀ ਤੁਹਾਡੇ ਤੋਂ ਪੁੱਛਾਂਗੇ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਉੱਥੇ ਕੀ ਹੈਗੀ ਆ। ਸਾਨੂੰ ਇਹ ਵੀ ਪਤਾ ਲੱਗਾ ਕਿ ਜੋ ਕੀਵ ਦੇ ਉੱਤੇ, ਜੋ ਉੱਥੋਂ ਦੀ ਰਾਜਧਾਨੀ ਹੈ, ਉਹਦੇ ਉੱਤੇ ਕਬਜ਼ਾ ਕਰਨ ਦਾ ਜਿਹੜਾ ਖਿਆਲ ਹੈਗਾ ਰੂਸੀ ਫੌਜਾਂ ਨੇ ਛੱਡ ਕੇ, ਜਾਂ ਖਾਰਕਿਵ ਏਰੀਆ ਨੂੰ ਛੱਡ ਕੇ, ਉਹਨਾਂ ਨੇ ਹੁਣ ਜਿਹੜਾ ਡੋਨਬਾਸ ਏਰੀਆ ਹੈਗਾ, ਜਿਹੜਾ ਲੁਹਾਂਸਕ ਤੇ ਦਨੈਸਕ ਦਾ ਇਲਾਕਾ ਹੈਗਾ, ਉਹਦੇ ਉੱਤੇ ਉਹਨਾਂ ਨੇ ਘੇਰਾ ਪਾ ਕੇ ਉਹ ਜਿਹੜੀ ਆਪਣੇ ਜਿਹੜਾ ਫਤਿਹ ਦਾ ਡਾਂਕਾ ਵਜਾਉਣ ਦਾ ਉਹਨਾਂ ਨੇ ਐਲਾਨ ਕੀਤਾ ਹੋਵੇਗਾ, ਉਹ ਸੋਚਿਆ ਹੋਵੇਗਾ। ਤੁਹਾਡੇ ਖਿਆਲ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਉਹ ਕਿਹੋ ਜਿਹੀ ਹੈਗੀ ਆ ਯੂਕਰੇਨ ਦੇ ਵਿੱਚ, ਬਲਦੇਵ ਜੀ? ਦੇਖੋ ਜੀ, ਉਹ ਸਥਿਤੀ ਜਿਹੜੀ ਆ ਨਾ ਬਹੁਤ ਦੁਖਦਾਇਕ ਹੈਗੀ ਆ, ਜੋ ਕੁਝ ਉੱਥੇ ਹੋ ਰਿਹਾ ਹੈਗਾ। ਲੇਕਿਨ ਸਾਨੂੰ ਪਤਾ ਆ ਕਿ ਭਈ ਇਹ ਕੋਈ ਮਸਲਾ ਜਿਹੜਾ ਅੱਜ ਦਾ ਕੋਈ ਨਵਾਂ ਨਹੀਂ ਹੈਗਾ। ਇਸ ਮਸਲੇ ਨੂੰ ਲਗਭਗ 100 ਸਾਲ ਹੋ ਗਿਆ ਚੱਲਦੇ ਨੂੰ। ਤੁਹਾਨੂੰ ਪਤਾ ਕਿ ਭਈ ਜਿਹੜੀ ਦੁਨੀਆ ਹੈਗੀ ਆ ਉਹ ਹਮੇਸ਼ਾ ਹੀ ਦੋ ਧਿਰਾਂ ਦੇ ਵਿੱਚ ਵੰਡੀ ਗਈ ਹੈਗੀ ਆ। ਇੱਕ ਹੈਗੇ ਆ ਕਿ ਵੈਸਟਰਨ ਯੂਰਪ ਦੇ ਜਿਨ੍ਹਾਂ ਦੀ ਅਗਵਾਈ ਅਮਰੀਕਾ ਕਰਦੇ ਆ ਤੇ ਯੂਕੇ ਵਾਲੇ ਕਰਦੇ ਆ। ਦੂਸਰਾ ਜਿਹੜਾ ਧਿਰ ਹੈਗੀ ਆ ਉਹ ਹੈਗੀ ਆ ਪਹਿਲਾਂ ਜਿਸ ਨੂੰ ਸੋਵੀਅਤ ਸੰਘ ਕਿਹਾ ਜਾਂਦਾ ਸੀ। ਉਸ ਸੰਘ ਦੇ ਜਿਹੜੇ ਮੁਲਕ ਉਹ ਬਾਅਦ ਦੇ ਵਿੱਚ ਸੋਵੀਅਤ ਸੰਘ ਭੰਗ ਹੋਣ ਕਰਕੇ ਤਾਂ ਉਹ ਆਜ਼ਾਦ ਹੋ ਗਏ ਸੀ। ਇਹਦਾ ਸੰਬੰਧ ਜਿਹੜਾ ਆ ਉਹ ਜਿਹੜੀਆਂ ਧਿਰਾਂ ਬਣੀਆਂ ਹੋਈਆਂ ਦੁਨੀਆ ਦੇ ਵਿੱਚ, ਦੋ ਧਿਰਾਂ, ਉਹਨਾਂ ਦੇ ਨਾਲ ਇਹਦਾ ਸੰਬੰਧ ਹੈਗਾ। ਔਰ ਉਸ ਧਿਰਾਂ ਨੂੰ ਜੇ ਦੇਖਿਆ ਜਾਵੇ ਤਾਂ ਜਿਹੜੀ ਇੱਕ ਨੇਟੋ ਵੀ ਬਣੀ ਹੋਈ ਹੈਗੀ ਆ ਕਿ ਕੁਝ ਮੁਲਕਾਂ ਨੇ ਇਕੱਠੇ ਆ ਕੇ ਉਹ ਜਿਹੜੇ ਕਹਿੰਦੇ ਆ ਕਿ ਬਈ ਅਸੀਂ
ਡਿਫੈਂਸਿਵ ਅਲਾਈਅੰਸ ਪੈਦਾ ਕੀਤੀ ਆ ਕਿ ਜੇਕਰ ਉਹ ਇਹ ਕਹਿੰਦੇ ਕਿ ਸਾਡੀ ਡਿਫੈਂਸਿਵ ਅਲਾਈਅੰਸ ਆ ਤਾਂ ਉਹਨਾਂ ਨੂੰ ਇਹ ਵੀ ਐਕਸਪਲੇਨ ਕਰਨਾ ਪਊਗਾ ਕਿ ਬਈ ਉਹਨਾਂ ਨੂੰ ਕਿਸ ਮੁਲਕ ਤੋਂ ਡਰ ਹੈਗਾ ਕਿ ਉਹਨਾਂ ਨੂੰ ਆਪਣੀ ਡਿਫੈਂਸ ਦੇ ਲਈ ਇਕੱਠੇ ਹੋਣਾ ਪੈ ਰਿਹਾ ਹੈਗਾ। ਤੇ ਤੁਹਾਨੂੰ ਪਤਾ ਕਿ ਜਿਹੜਾ ਯੂਕਰੇਨ ਹੈਗਾ ਇਹ ਸੋਵੀਅਤ ਸੰਘ ਦਾ ਹਿੱਸਾ ਸੀ ਔਰ ਬਾਅਦ ਦੇ ਵਿੱਚ ਇਹ ਉਹਨਾਂ ਤੋਂ ਜੁਦੇ ਹੋ ਗਏ ਤੇ ਇਹਨਾਂ ਨੇ ਕਿਉਂਕਿ ਇਹਨਾਂ ਦਾ ਬਾਰਡਰ ਰੂਸ ਦੇ ਨਾਲ ਲੱਗਦਾ ਹੈਗਾ, ਇਹਨਾਂ ਨੇ ਬਹੁਤ ਸਾਲਾਂ ਤੋਂ ਉਹ ਜਿਹੜੀ ਨੇਟੋ ਅਲਾਇੰਸ ਹੈਗੇ ਆ ਉਹਦੇ ਵਿੱਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ, ਜਿਹੜੇ ਕਿ ਰੂਸ ਨੇ ਇਹ ਕਿਹਾ ਕਿ ਨੇਟੋ ਅਲਾਇੰਸ ਜਿਹੜੀ ਆ ਉਹ ਰੂਸ ਦੇ ਵਿਰੁੱਧ ਹੈਗੀ ਆ। ਇਸ ਲਈ ਕਿਉਂਕਿ ਯੂਕਰੇਨ ਦਾ ਜਿਹੜਾ ਬਾਰਡਰ ਹੈਗਾ ਉਹ ਰੂਸ ਦੇ ਬਿਲਕੁਲ ਨਾਲ ਲੱਗਦਾ ਹੈਗਾ, ਇਸ ਲਈ ਉਹ ਕਦੇ ਵੀ ਯੂਕਰੇਨ ਨੂੰ ਨੇਟੋ ਦੇ ਵਿੱਚ ਸ਼ਾਮਲ ਹੋਣ ਲਈ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਉਹ ਇਹ ਲਗਭਗ ਉਹਦੇ ਵਿੱਚ ਸ਼ਾਮਲ ਹੋ ਹੀ ਰਹੇ ਸੀਗੇ। ਤਾਂ ਉਹਨਾਂ ਨੇ ਇਹਦੇ ਤੇ ਹਮਲਾ ਕੀਤਾ ਹੈਗਾ ਯੂਕਰੇਨ ਤੇ, ਉਹਨਾਂ ਨੂੰ ਇਹ ਸਟਾਪ ਕਰਨ ਦੇ ਲਈ ਕਿ ਇਹ ਉਸ ਅਲਾਇੰਸ ਦੇ ਵਿੱਚ ਸ਼ਾਮਲ ਨਾ ਹੋ ਸਕਣ। ਇਸ ਲਈ ਸਭ ਤੋਂ ਵੱਡਾ ਮੁੱਦਾ ਇਹੀ ਹੈਗਾ ਜਿਹੜਾ ਕਿ ਉੱਥੋਂ ਦੇ ਲੋਕਾਂ ਨੂੰ ਉਹ ਝੇਲਣਾ ਪੈ ਰਿਹਾ, ਉੱਥੇ ਇੰਨੀਆਂ ਮੌਤਾਂ ਹੋ ਰਹੀਆਂ ਹੈਗੀਆਂ। ਇਹ ਕਿਸ ਪਾਸੇ ਜਾਂਦੀ ਹੈ ਗੱਲ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਂਜੀ, ਪਰ ਦੇਖਿਆ ਜਾਵੇ ਜਿਹੜੀ ਹੁਣ ਇਸ ਵੇਲੇ ਮੁੱਦਾ ਹੈਗਾ, ਜਿਵੇਂ ਕਿ ਥੋੜਾ ਮੈਂ ਜ਼ਿਕਰ ਵੀ ਕੀਤਾ ਕਿ ਜੋ ਰੂਸ ਨੇ ਜਿਹੜੀ ਆਪਣੀ ਪਲੈਨਿੰਗ ਹੈਗੀ ਆ ਜਾਂ ਜੰਗ ਦੀ ਪਲੈਨਿੰਗ ਆ ਥੋੜੀ, ਉਸ ਨੂੰ ਬਦਲ ਕੇ ਉਹਨਾਂ ਨੇ ਡੋਨਬਾਸ ਏਰੀਆ ਵਿੱਚ ਲੈ ਆਂਦਾ। ਡੋਨਬਾਸ ਏਰੀਆ ਦੀ ਕੀ ਮਹੱਤਤਾ ਹੈਗੀ ਆ, ਜੋ ਅਸੀਂ ਹੁਣੇ ਨਕਸ਼ਾ ਦੇਖਿਆ ਅਖੀਰ ਦੇ ਉੱਤੇ, ਜਿਹਦੇ ਵਿੱਚ ਲੋਹਾਂਸਕ ਤੇ ਡੋਨੇਟਸਕ ਦਾ ਜੋ ਏਰੀਆ ਦੱਸਿਆ ਜਾ ਰਿਹਾ ਹੈਗਾ, ਇਹਦੇ ਉੱਤੇ ਜਿਹੜੀਆਂ ਉਹਨਾਂ ਦੇ ਪਹਿਲੇ ਜਿਹੜੇ ਸੈਪਰੇਟਿਸਟ ਜਿਹੜੇ ਗਰੁੱਪ ਹੈਗੇ ਆ ਉਹਨਾਂ ਦਾ ਕਬਜ਼ਾ ਹੈਗਾ। ਤੁਸੀਂ ਇਸ ਦੀ ਕੀ ਮਹੱਤਤਾ ਦੇਖਦੇ ਆ ਬਲਦੇਵ ਜੀ? ਦੇਖੋ ਚੰਦਰਪਾਲ ਜੀ, ਜਿਹੜੇ ਹਰ ਇੱਕ ਮੁਲਕ ਦੇ ਵਿੱਚ ਡਿਵੀਜ਼ਨਾਂ ਹੁੰਦੀਆਂ, ਵੱਖਰੇ ਵੱਖਰੇ ਇਲਾਕੇ ਹੁੰਦੇ ਆ। ਆ ਜਿਹੜੀ ਹੁਣ ਦੀ ਸਰਕਾਰ ਹੈਗੀ ਆ ਯੂਕਰੇਨ ਦੀ, ਇਹਦੇ ਤੋਂ ਪਹਿਲਾਂ 2014 ਦੇ ਵਿੱਚ ਇੱਕ ਸਰਕਾਰ ਬਣੀ ਸੀ, ਜਿਹਨੂੰ ਕਿ ਜਿਹੜੀ ਆ ਵੋਟਾਂ ਬਹੁਤ ਜ਼ਿਆਦਾ ਇਹਨਾਂ ਇਲਾਕਿਆਂ ਤੋਂ, ਜਿਹਨੂੰ ਡੋਨਬਾਸ ਜਾਂ ਲੋਹਾਂਸਕ ਕਹਿੰਦੇ ਹੈਗੇ ਆ, ਜਾਂ ਜਿਹੜਾ ਪੂਰਬੀ ਹਿੱਸਾ ਹੈਗਾ ਆ ਯੂਕਰੇਨ ਦਾ, ਉਸ ਸਰਕਾਰ ਨੂੰ ਇਹਨਾਂ ਇਲਾਕਿਆਂ ਤੋਂ ਜ਼ਿਆਦਾ ਵੋਟਾਂ ਪਈਆਂ ਸੀਗੀਆਂ। ਉਹ ਸਰਕਾਰ ਜਿਹੜੀ ਸੀ ਉਹ ਰੂਸ ਦੇ ਹੱਕ ਦੀ ਸਰਕਾਰ ਸੀਗੀ। 2014 ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਯੂਕਰੇਨ ਦੇ ਵਿੱਚ, ਔਰ ਉਸ ਸਰਕਾਰ ਨੂੰ, ਉਸ ਮੁਹਿੰਮ ਨੇ ਜਿਹੜੀ ਕਿ ਸਰਕਾਰ ਲੋਕਾਂ ਦੀ ਚੁਣੀ ਹੋਈ ਸੀ, ਉਹਨੂੰ ਉਤਾਰ ਕੇ ਜਿਹੜੀ ਪ੍ਰੋ ਵੈਸਟਰਨ ਯਾਨੀ ਕਿ ਪੱਛਮੀ ਯੂਰਪ ਦੇ ਜਾਂ ਨੇਟੋ ਦੇ ਨਾਲ ਹਾਮੀ ਭਰਦੇ ਸੀਗੇ, ਉਸ ਸਰਕਾਰ ਨੂੰ ਕਾਇਮ ਕੀਤਾ। ਔਰ ਇਸੇ ਕਰਕੇ ਇਹ ਜਿਹੜੇ ਇਲਾਕੇ ਹੈਗੇ ਆ, ਲੋਹਾਂਸਕ ਹੈਗਾ ਆ, ਡੋਨੇਟਸਕ ਹੈਗਾ, ਜਿਹਨੂੰ ਡੋਨਬਾਸ ਦਾ ਰੀਜਨ ਕਹਿੰਦੇ ਆ, ਔਰ ਇਹ ਇਲਾਕੇ ਹੈ ਤਾਂ ਛੋਟੇ ਲੇਕਿਨ ਬਹੁਤ ਵੱਡੇ। ਇਸ ਤੋਂ ਵੀ ਬਾਹਰ ਦੇ ਜਿਹੜੇ ਇਲਾਕੇ ਹੈਗੇ ਆ, ਉਹਨਾਂ ਦੇ ਵਿੱਚ ਜਿਹੜੀ ਸਪੋਰਟ ਹੈਗੀ ਆਮ ਜਨਤਾ ਦੀ, ਇਦਾਂ ਲੱਗਦਾ ਕਿ ਰੂਸ ਨੂੰ ਜ਼ਿਆਦਾ ਸੀਗੀ। ਇਸ ਲਈ ਰੂਸ ਨੇ ਹੁਣ, ਕਿਉਂਕਿ ਉਹ ਹਟਾਉਣਾ ਚਾਹੁੰਦੇ ਆ ਕਿ ਬਈ ਯੂਕਰੇਨ ਜਿਹੜਾ ਨੇਟੋ ਦਾ ਮੈਂਬਰ ਨਾ ਬਣੇ, ਉਹਨਾਂ ਨੇ ਇਹ ਜਿਹੜੀ ਲੜਾਈ ਆ ਇੱਥੋਂ ਦੇ ਲੋਕਾਂ ਦੇ ਨਾਲ ਰਲ ਕੇ ਛੇੜੀ ਆ। ਔਰ ਉਹ ਕਹਿੰਦੇ ਹੈਗੇ ਆ ਕਿ ਬਈ ਅਸੀਂ ਯੂਕਰੇਨ ਨਾਲੋਂ ਜੁਦਾ ਹੋਣਾ ਚਾਹੁੰਦੇ ਆ। ਤੁਹਾਨੂੰ ਪਤਾ ਕਿ ਬਈ ਲੜਾਈ ਤੋਂ ਪਹਿਲਾਂ ਇਹ ਜਿਹੜੇ ਦੋ ਇਲਾਕੇ ਹੈਗੇ ਆ, ਉਹਨਾਂ ਨੂੰ ਰੂਸ ਨੇ ਮਾਨਤਾ ਵੀ ਦੇ ਦਿੱਤੀ ਸੀ ਕਿ ਬਈ ਉਹ ਆਪਣੀ ਸੁਤੰਤਰਤਾ ਚਾਹੁੰਦੇ ਹੈਗੇ ਆ। ਲੇਕਿਨ ਉਹ ਭਾਵੇਂ ਕਿ ਉਹ ਰੂਸ ਨੇ ਇੱਕ ਕਿਸਮ ਦਾ ਕਹਿ ਲਓ ਬਹਾਨਾ ਬਣਾਇਆ ਸੀ ਕਿ ਉਹ ਸੁਤੰਤਰਤਾ ਚਾਹੁੰਦੇ ਆ, ਉਹਨਾਂ ਦਾ ਮਨੋਰਥ ਇਹੀ ਹੈਗਾ ਕਿ ਬਈ ਜਿਹੜੀ ਆ ਯੂਕਰੇਨ ਆ ਇਹ ਨੇਟੋ ਦੇ ਮੈਂਬਰ ਨਾ ਬਣ ਸਕਣ। ਇਹ ਜਿੰਨਾ ਚਿਰ ਲੜਾਈ ਖਤਮ ਨਹੀਂ ਹੁੰਦੀ ਤੇ ਉਹ ਨੇਟੋ ਦੇ ਮੈਂਬਰ ਨਹੀਂ ਬਣ ਸਕਦੇ। ਮੁੱਦਾ ਆਖਰ ਨੂੰ ਸਿਰਫ ਤੇ ਸਿਰਫ ਇਹੀ ਆ ਕਿ ਯੂਕਰੇਨ ਜਿਹੜਾ ਆ ਉਹ ਨੇਟੋ ਦਾ ਮੈਂਬਰ ਬਣਦਾ ਜਾਂ ਨਹੀਂ ਬਣਦਾ। ਜਿੱਥੋਂ ਤੱਕ ਲੱਗਦਾ ਰੂਸ ਨੇ ਕਦੇ ਵੀ ਯੂਕਰੇਨ ਨੂੰ ਨੇਟੋ ਦਾ ਮੈਂਬਰ ਨਹੀਂ ਬਣ ਦੇਣਾ, ਭਾਵੇਂ ਉਹਨਾਂ ਨੂੰ ਕਿੰਨੀ ਵੀ ਕੀਮਤ ਇਹਦੇ ਬਾਰੇ ਚੁਕਾਉਣੀ ਪਵੇ। ਜੀ, ਅਖੀਰ ਦੇ ਵਿੱਚ ਕੁਝ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਬਲਦੇਵ ਜੀ ਕਿ ਜਿਹੜੀ ਉੱਥੇ ਤਬਾਹੀ ਹੋ ਰਹੀ ਹੈਗੀ ਹੈ ਇਸ ਵੇਲੇ, ਜੋ ਇੰਨਾ ਨੁਕਸਾਨ ਹੋ ਰਿਹਾ ਹੈਗਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਲਦੇਵ ਜੀ? ਦੇਖੋ ਕੋਈ ਵੀ ਉੱਥੇ ਮੈਨੂੰ ਲੱਗਦਾ ਜਿਹੜੀ ਸੀਰੀਆ ਵਾਲੀ ਹਾਲਤ ਹੋ ਗਈ ਆ ਕਿ ਬਿਲਡਿੰਗ ਕੋਈ ਵੀ
ਬਚੀ ਨਹੀਂ ਰਹੀ ਹੈਗੀ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਬਹੁਤ ਸਦਮਾ ਹੈ ਜੀ। ਮੈਂ ਤਾਂ ਕਹੂੰਗਾ ਕਿ ਉਹਨਾਂ ਲੋਕਾਂ ਦਾ ਜਿਹੜੇ ਕਿ ਰੂਸ ਦੇ ਨਾਲ ਹਾਮੀ ਵੀ ਭਰਦੇ ਸੀਗੇ। ਹੁਣ ਤੁਸੀਂ ਆਹ ਤਸਵੀਰਾਂ ਦੇਖ ਰਹੇ ਆ, ਉੱਥੋਂ ਦੇ ਕਈ ਸ਼ਹਿਰ ਤਾਂ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਬਈ ਉਹ ਬਾਕੀ ਰਹੇ ਹੀ ਨਹੀਂ ਹੈਗੇ, ਕਿ ਉਹਨਾਂ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਹੈਗੀਆਂ ਜਾਂ ਸੜਕਾਂ ਹੈਗੀਆਂ ਜਾਂ ਜੋ ਵੀ ਲੋਕਾਂ ਦੀਆਂ ਸਹੂਲਤਾਂ ਸੀਗੀਆਂ, ਉਹਨਾਂ ਦੇ ਘਰ ਸੀਗੇ, ਸਾਰੇ ਢਹਿ ਚੁੱਕੇ ਹੈਗੇ ਆ। ਉਹ ਇਸ ਲਈ ਕਿਉਂਕਿ ਇੱਥੇ ਯੂਕਰੇਨ ਦੀ ਫੌਜ ਦਾ ਔਰ ਰੂਸ ਦੀ ਫੌਜ ਦਾ ਬਹੁਤ ਬਰਾਬਰ ਦਾ ਮੁਕਾਬਲਾ ਹੈਗਾ। ਜਿਹੜੇ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਯੂਕਰੇਨ ਦੇ ਫੌਜੀ ਹੈਗੇ ਆ, ਉਹ ਸਿੱਧੇ ਤੌਰ ਤੇ ਰੂਸ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਉਹ ਲੱਗਦਾ ਕਿ ਵੀ ਇਹਨਾਂ ਬਿਲਡਿੰਗਾਂ ਦੇ ਵਿੱਚ ਛੁਪ ਕੇ ਉਹਨਾਂ ਤੇ ਜਦੋਂ ਹਮਲੇ ਕਰਦੇ ਆ, ਤੇ ਫਿਰ ਰੂਸ ਨੇ, ਕਿਉਂਕਿ ਉਹਨਾਂ ਦੀ 에ਅਰ ਦੀ ਤਾਕਤ ਬਹੁਤ ਹੈਗੀ ਆ, ਤੇ ਉਹਨਾਂ ਨੇ ਇਹ ਬਿਲਡਿੰਗਾਂ ਜਿਹੜੀਆਂ ਢਾਈਆਂ, ਉਹ ਇਸ ਤਰ੍ਹਾਂ ਆ ਕਿ ਬਈ ਇੱਕ ਬਿਲਡਿੰਗ ਦੇ ਵਿੱਚੋਂ ਉਹ ਅਟੈਕ ਕਰਕੇ ਦੂਸਰੀ ਬਿਲਡਿੰਗ ਦੇ ਵਿੱਚ ਜਾਂਦੇ ਹੈਗੇ ਆ, ਤੇ ਜਿਹੜੀ ਰੂਸ ਦੀ ਫੌਜ ਹੈਗੀ ਆ ਉਹ ਉਸ ਬਿਲਡਿੰਗ ਨੂੰ ਵੀ ਢਾਹ ਦਿੰਦੀ ਹੈਗੀ ਆ। ਤੇ ਇਸ ਤਰ੍ਹਾਂ ਕਈ ਸ਼ਹਿਰ ਇਹੋ ਜਿਹੇ ਹੈਗੇ ਆ ਕਿ ਜਿਨ੍ਹਾਂ ਦੀਆਂ ਸਾਰੀਆਂ ਬਿਲਡਿੰਗਾਂ ਪੂਰੀ ਤਰ੍ਹਾਂ ਢਹਿ ਚੁੱਕੀਆਂ ਹੈਗੀਆਂ। ਇਹ ਤਸਵੀਰਾਂ ਤੋਂ ਤੁਹਾਨੂੰ ਜ਼ਾਹਰ ਹੀ ਹੈ। ਔਰ ਉਹਨਾਂ ਲੋਕਾਂ ਦਾ ਇਸ ਵੇਲੇ ਬਹੁਤ ਹੀ ਬੁਰਾ ਹਾਲ ਆ ਕਿ ਬਈ ਉਹ ਕਿੱਥੇ ਜਾਣ, ਔਰ ਉਹਨਾਂ ਦੀਆਂ ਵਿਚਾਰਿਆਂ ਦੀਆਂ ਮੌਤਾਂ ਵੀ ਹੋ ਰਹੀਆਂ। ਉਹ ਬਾਹਰ ਦੌੜਨ ਦੀ ਵੀ ਕੋਸ਼ਿਸ਼ ਕਰ ਰਹੇ ਹੈਗੇ। ਤੁਹਾਨੂੰ ਪਤਾ ਕਿ ਆਲੇ ਦੁਆਲੇ ਦੇ ਮੁਲਕਾਂ ਦੇ ਵਿੱਚ ਉਹ ਕਾਫੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਆ। ਜਦ ਉਹ ਕਿਤੇ ਲੜਾਈ ਖਤਮ ਹੋਏਗੀ ਤੇ ਵਾਪਸ ਆਉਣਗੇ, ਤਾਂ ਜਦ ਉਹਨਾਂ ਦੇ ਘਰ ਜਿਹੜੇ ਆ ਉਹ ਬਚੇ ਹੀ ਨਹੀਂ ਹੈਗੇ, ਤੇ ਉਹਨਾਂ ਦੀ ਹਾਲਤ ਕੀ ਹੋਊਗੀ ਤੁਸੀਂ ਇਮੇਜਿਨ ਕਰ ਸਕਦੇ ਆ। ਹਾਂਜੀ, ਨਹੀਂ, ਅਖੀਰ ਦੇ ਵਿੱਚ ਮੇਰਾ ਇੱਕ ਨਿੱਕਾ ਸਵਾਲ ਹੈ ਕਿ ਜਦੋਂ ਤੁਹਾਨੂੰ ਪਤਾ ਹੈ ਕਿ 2014 ਦੇ ਵਿੱਚ ਕ੍ਰਾਈਮੀਆ ਨੂੰ ਰੂਸ ਨੇ ਆਪਣੇ ਨਾਲ ਮਿਲਾਇਆ ਸੀ, ਉਹਦੇ ਵਿੱਚ ਇੰਨਾ ਵਿਰੋਧ ਨਹੀਂ ਕੀਤਾ ਗਿਆ ਕ੍ਰਾਈਮੀਆ ਦੇ ਲੋਕਾਂ ਵੱਲੋਂ ਜਿੰਨਾ ਕਿ ਹੁਣ ਯੂਕਰੇਨ ਦੇ ਲੋਕਾਂ ਨੇ ਕੀਤਾ ਹੈ। ਤੁਸੀਂ ਉਹਦਾ ਕੀ ਕਾਰਨ ਸੋਚਦੇ ਹੈ? ਕਿ ਮੇਰੇ ਖਿਆਲ ਦੇ ਵਿੱਚ ਤਾਂ ਪੁਤਨ ਨੇ ਸੋਚਿਆ ਕਿ ਜਿੱਦਾਂ ਮੈਂ ਕ੍ਰਾਈਮੀਆ ਨੂੰ ਰਾਤੋਂ ਰਾਤ ਨਾਲ ਮਿਲਾ ਲਿਆ ਸੀ, ਕੋਈ ਹੀਲ ਹੁਜਤ ਨਹੀਂ ਹੋਈ, ਯੂਕਰੇਨ ਦੇ ਲੋਕ ਵੀ ਸਾਡਾ ਦਬਕਾ ਮੰਨ ਜਾਣਗੇ ਤੇ ਅਸੀਂ ਬਿਲਕੁਲ ਉਸ ਨੂੰ ਸਮਝਾ ਦੇਵਾਂਗੇ, ਤੁਸੀਂ ਐ ਨਹੀਂ ਐ ਕਰਨਾ ਹੈਗਾ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਥਿਤੀ ਸੀ 2014 ਤੇ 2000 ਹੁਣ ਜਿਹੜਾ 22 ਦਾ ਫਰਕ ਹੈਗਾ, ਜਾਂ 21 ਤੋਂ ਸ਼ੁਰੂ ਹੋ ਰਹੀ ਗੱਲਬਾਤ, ਤੁਸੀਂ ਇਹਦੇ ਵਿੱਚ ਕੀ ਦੇਖਦੇ ਆ ਕਾਰਨ? ਚੰਦਰਪਾਲ ਜੀ, ਕਾਰਨ ਜਿਹੜਾ ਆ ਬਹੁਤ ਸਪਸ਼ਟ ਹੈਗਾ ਕਿ ਜਿਹੜੇ ਪੂਰਬ ਦੇ ਜਿੱਦਾਂ ਕ੍ਰਾਈਮੀਆ ਹੈਗਾ, ਆਹ ਡੌਨਬਾਸ ਹੈਗਾ, ਇਹ ਲੋਕ ਜਿਹੜੇ ਆ, ਇਹਨਾਂ ਦੀ ਹਾਮੀ ਜਿਹੜੀ ਆ ਰੂਸ ਦੇ ਨਾਲ ਜ਼ਿਆਦਾ ਆ। ਔਰ ਜ਼ਿਆਦਾ ਕਰਕੇ ਇਹ ਲੋਕ ਜਿਹੜੇ ਆ ਭਾਸ਼ਾ ਵੀ ਰੂਸੀ ਜ਼ਿਆਦਾ ਬੋਲਦੇ ਆ। ਉਹਨਾਂ ਦਾ ਤਾਲੁਕ, ਉਹਨਾਂ ਦੇ ਆਪਸ ਵਿੱਚ ਹੀ ਜਿਹੜੀਆਂ ਰਿਸ਼ਤੇਦਾਰੀਆਂ ਰੂਸ ਦੇ ਨਾਲ ਜ਼ਿਆਦਾ ਹੈਗੀਆਂ। ਜਦੋਂ 2014 ਦੇ ਵਿੱਚ ਜਿਹੜਾ ਕ੍ਰਾਈਮੀਆ ਹੈਗਾ ਰੂਸ ਨੇ ਆਪਣੇ ਥੱਲੇ ਲੈ ਲਿਆ ਸੀਗਾ, ਇਸੇ ਕਰਕੇ ਉਹਨਾਂ ਲੋਕਾਂ ਨੇ ਰੂਸ ਦਾ ਵਿਰੋਧ ਨਹੀਂ ਸੀ ਕੀਤਾ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਬਈ ਜਿਹੜਾ ਯੂਕਰੇਨ ਆ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਿਲ ਹੋਵੇ ਜਾਂ ਉਹ ਨੇਟੋ ਦੇ ਵਿੱਚ ਸ਼ਾਮਿਲ ਹੋਵੇ। ਲੇਕਿਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਹਰ ਮੁਲਕ ਦੇ ਵਿੱਚ ਦੋ ਧਿਰਾਂ ਤਾਂ ਹੁੰਦੀਆਂ ਹੀ ਆ। ਹੁਣ ਦੀ ਜਿਹੜੀ ਸਰਕਾਰ ਹੈਗੀ ਆ, ਇਹ ਵੈਸਟਰਨ ਯੂਰਪ ਦੀ ਜਿਹੜਾ ਯੂਰਪੀਅਨ ਯੂਨੀਅਨ ਆ ਤੇ ਨੇਟੋ ਦੀ ਬਹੁਤ ਹਾਮੀ ਭਰਦੀ ਆ। ਇਸ ਲਈ ਇਹਨਾਂ ਲੋਕਾਂ ਨੇ ਜਿਹੜੇ ਪੱਛਮ ਦੇ ਨਾ ਪੂਰਬ ਦੇ ਲੋਕ ਹੈਗੇ ਆ, ਕ੍ਰਾਈਮੀਆ ਦੇ ਜਾਂ ਡੌਨਬਾਸ ਦੇ ਹੈਗੇ ਆ, ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਕਿ ਅਸੀਂ ਨਾ ਨੇਟੋ ਦੇ ਵਿੱਚ ਜਾਣਾ ਤੇ ਨਾ ਅਸੀਂ ਆਪਣਾ ਜਾਣਾ ਹੈਗਾ ਯੂਰਪੀਅਨ ਯੂਨੀਅਨ ਦੇ ਵਿੱਚ। ਰੂਸ ਬਹੁਤ ਵੱਡਾ ਮੁਲਕ, ਸਾਡਾ ਗੁਆਂਢੀ ਹੈਗੀ ਆ, ਅਸੀਂ ਉਹਦੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਰਹਿਣਾ। ਲੇਕਿਨ ਹੁਣ ਦੀ ਜਿਹੜੀ ਸਰਕਾਰ ਹੈਗੀ ਆ, ਕਿਉਂਕਿ ਉਹ ਪ੍ਰੋ ਵੈਸਟਰਨ ਹੈਗੀ ਆ, ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਇਹੀ ਰਹੀ ਸੀਗੀ ਕਿ ਅਸੀਂ ਰੂਸ ਨਾਲੋਂ ਸਾਰੇ ਨਾਤੇ ਤੋੜ ਕੇ ਯੂਰਪੀਅਨ ਯੂਨੀਅਨ ਔਰ ਨੇਟੋ ਦੇ ਵਿੱਚ ਸ਼ਾਮਿਲ ਹੋਣਾ। ਇਸੇ ਕਰਕੇ ਤੁਹਾਡੇ ਸਵਾਲ ਦਾ ਜਵਾਬ ਇਹੀ ਆ, ਕਿਉਂਕਿ ਉਹਨਾਂ ਲੋਕਾਂ ਦੀ ਜਿਹੜੀ ਸਿੰਪਥੀ ਸੀਗੀ ਉਹ ਰੂਸ ਦੇ ਨਾਲ ਸੀ। ਇਸ ਲਈ 2014 ਦੇ ਵਿੱਚ ਉਹਨਾਂ ਨੇ ਰੂਸ ਦਾ ਬਹੁਤਾ ਵਿਰੋਧ ਨਹੀਂ ਸੀ ਕੀਤਾ। ਪਰ ਪਿਛਲੇ 9-10 ਸਾਲ ਤੋਂ ਉੱਥੇ ਜਿਹੜਾ ਹੈਗਾ ਆ ਪਾਵਰ ਆ, ਉਹ ਇਹਨਾਂ ਲੋਕਾਂ ਦੇ ਹੱਥ ਆਈ ਆ ਜਿਹੜੇ ਕਿ ਰੂਸ ਦੇ ਵਿਰੋਧੀ ਹੈਗੇ ਆ। ਇਸ ਲਈ ਆ ਜਿਹੜੀ ਲੜਾਈ ਆ, ਇਹ ਬਹੁਤ ਖਤਰਨਾਕ ਸਿਚੁਏਸ਼ਨ ਦੇ ਵਿੱਚ ਆ ਗਈ ਹੈਗੀ ਆ, ਔਰ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ, ਔਰ ਰੂਸੀਆਂ ਦਾ ਵੀ ਨੁਕਸਾਨ ਹੋ ਰਿਹਾ, ਕਿਉਂਕਿ ਉਹਨਾਂ ਨੂੰ ਇਹ
ਸ਼ਾਇਦ ਪਤਾ ਨਹੀਂ ਸੀ ਕਿ ਬਈ ਇਹ ਜਿਹੜੀ ਯੂਕਰੇਨ ਦੀ ਫੌਜ ਹੈਗੀ ਆ ਉਹ ਵੈਸਟਰਨ ਯੂਰਪ ਦੇ ਦਿੱਤੇ ਹੋਏ ਹਥਿਆਰਾਂ ਦੇ ਨਾਲ ਕਿੰਨੀ ਤਾਕਤਵਰ ਬਣ ਚੁੱਕੀ ਆ। ਇਸ ਲਈ ਕੀਵ ਦੇ ਆਲੇ ਦੁਆਲੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੀ। ਠੀਕ ਹੈ ਜੀ ਬਲਦੇਵ ਸਿੰਘ ਜੀ, ਬਹੁਤ 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 ਧੰਨਵਾਦ ਤੁਹਾਡਾ ਸਮਾਂ ਕੱਢਣ ਵਾਸਤੇ ਔਰ ਸਾਰੀ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਵਾਸਤੇ ਇਕੱਠੀ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਉਂਦੇ ਹਾਂ ਜੀ ਇੱਥੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰੇ ਦਰਸ਼ਕੋ, ਇਹ ਸਨ ਬਲਦੇਵ ਕੰਦੋਲਾ ਜੀ। ਹੁਣੇ ਅਸੀਂ ਦੇਖ ਰਹੇ ਸੀ ਜੋ ਉੱਥੇ ਤਬਾਹੀ ਹੋਈ ਹੈ, ਤਬਾਹੀ ਦੇ ਮੰਜ਼ਰ ਨੇ। ਕੁਝ ਤਸਵੀਰਾਂ ਤੁਹਾਨੂੰ ਅਸੀਂ ਦੋ ਕੁ ਦਿਖਾਈਆਂ ਸੀ ਕਿ ਜਿਹੜੇ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਨੇ, ਔਰਤਾਂ ਨੇ, ਬੱਚੇ ਨੇ, ਉਹਨਾਂ ਦਾ ਬੜਾ ਹੀ ਬੁਰਾ ਹਾਲ ਹੋਇਆ ਪਿਆ ਹੈ ਇਸ ਵੇਲੇ ਕਿ ਉਹਨਾਂ ਦੇ ਸਿਰਾਂ ਦੇ ਉੱਤੇ ਨਾ ਛੱਤ ਹੈ ਨੇ, ਨਾ ਉਹਨਾਂ ਨੂੰ ਘਰ ਵਾਸਤੇ ਕੁਝ ਖਾਣ ਵਾਸਤੇ ਚੀਜ਼ਾਂ ਨੇ। ਇਹਨਾਂ ਬੱਚਿਆਂ ਦਾ ਸਕੂਲ ਤਾਂ ਹੁਣ ਬਹੁਤ ਦੂਰ ਦੀ ਗੱਲ ਰਹਿ ਗਈ ਆ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਸੰਦੇ ਪਏ ਉਹਨੇ ਆਪਣੀ ਜੀਵਨ ਨੂੰ ਕਿਵੇਂ ਬਚਾਉਣਾ ਹੈ। ਦੂਜੇ ਪਾਸੇ ਦੇਖਦੇ ਹਾਂ ਕਿ ਭਾਵੇਂ ਇੱਕ ਪਾਸੇ ਜਿਹੜਾ ਰੂਸ ਹੈ ਉਹ ਬੜਾ ਹੀ ਕੀ ਕਹਿੰਦੇ ਹੈਵੀ ਹੈਂਡਡ ਜੇ ਕਹਿ ਦਈਏ, ਬੜੀ ਤਾਕਤ ਲੈ ਕੇ ਇਸ ਯੂਕਰੇਨ ਨੂੰ ਦਬਾਉਣਾ ਚਾਹੁੰਦਾ ਹੈ, ਪਰ ਨਾਲ ਦੀ ਨਾਲ ਦੂਜੇ ਪਾਸੇ ਦੇਖਦੇ ਹਾਂ ਕਿ ਕਹਿੰਦੇ ਨੇ ਜਿਹੜੇ ਗਰੀਬ ਹੁੰਦੇ ਨੇ ਉਹਨਾਂ ਦਾ ਵੀ ਹੱਥ ਫੜਨ ਵਾਲਾ ਕੋਈ ਹੁੰਦਾ ਹੈ। ਔਰ ਦੂਜੇ ਪਾਸੇ ਦੇਖਦੇ ਹਾਂ ਕਿ ਯੂਰਪ ਦੀਆਂ ਬਹੁਤ ਸਾਰੀਆਂ ਕੌਮਾਂ ਨੇ, ਬਹੁਤ ਸਾਰੇ ਦੇਸ਼ਾਂ ਨੇ ਉਹਨਾਂ ਦਾ ਬਹੁਤ ਨਿੱਘਾ ਤੇ ਖੁੱਲੇ ਦਿਲ ਨਾਲ ਸਵਾਗਤ ਕੀਤਾ ਹੈ। ਇਹ ਜਿਹੜੀ ਗੱਲਬਾਤ ਅਸੀਂ ਕਹਿ ਰਹੇ ਹਾਂ ਤੁਹਾਨੂੰ, ਇਹ ਐਵੇਂ ਨਹੀਂ ਕਹਿ ਰਹੇ। ਇਹ ਜਦੋਂ ਅਸੀਂ ਜਾ ਕੇ ਆਏ ਯੂਕਰੇਨ ਦੇ ਵਿੱਚ, ਅਸੀਂ ਅੱਖੀਂ ਜਾ ਕੇ ਦੇਖਿਆ ਕਿ ਉੱਥੋਂ ਦੇ ਖਾਸ ਤੌਰ ਤੇ ਪੋਲੈਂਡ ਦੇ ਲੋਕਾਂ ਨੇ ਹੀ ਨਹੀਂ, ਬਲਕਿ ਅਸੀਂ ਗੱਲ ਕਰੀਏ ਚੈਕੋਸਲੋਵਾਕੀਆ ਹੈ, ਰੋਮਾਨੀਆ ਹੈ, ਤੇ ਨਾਲ ਦੀ ਨਾਲ ਇੱਧਰ ਹੰਗਰੀ ਹੈ। ਔਰ ਦੂਜੇ ਪਾਸੇ ਦੇਖਦੇ ਆ ਕਿ ਜਿਹੜੇ ਜਰਮਨ ਦੇ ਲੋਕ ਨੇ, ਫਰਾਂਸ ਦੇ ਲੋਕ ਨੇ, ਉਹਨਾਂ ਨੇ ਪੁਰਤਗਾਲ ਤੱਕ ਵੀ ਇਹਨਾਂ ਲੋਕਾਂ ਦਾ ਜੇ ਕਹਿ ਦਈਏ ਕਿ ਬੜਾ ਦਿਲ ਖੋਲ ਕੇ ਸਾਥ ਦਿੱਤਾ। ਪਹਿਲੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੇ ਭਾਰਤ ਦੇ ਵਿਦਿਆਰਥੀ ਆਏ ਸਨ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਈਆਂ, ਉਹ ਤਾਂ ਚਲੋ ਵਿਚਾਰੇ ਚਲੇ ਗਏ, ਆਪਣੇ ਘਰੀ ਪਹੁੰਚ ਗਏ ਕਿ ਉਹਨਾਂ ਦਾ ਘਰ ਸੀ ਪਿੱਛੇ, ਪਰ ਇਹਨਾਂ ਲੋਕਾਂ ਦਾ ਕੋਈ ਘਰ ਨਹੀਂ ਹੈਗਾ। ਹੁਣ ਇਹਨਾਂ ਲੋਕਾਂ ਦਾ ਕੋਈ ਘਰ ਘਾਟ ਨਹੀਂ ਹੈਗਾ, ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਇਹਨਾਂ ਨੇ ਕਿੱਥੇ ਜਾਣਾ ਹੈ, ਕੀ ਕਰਨਾ ਹੈ। ਸੋ ਇਹਨਾਂ ਦੀ ਬਾਂਹ ਫੜਨ ਵਾਸਤੇ ਬਹੁਤ ਸਾਰੇ ਲੋਕਾਂ ਨੇ ਯਤਨ ਕੀਤਾ। ਸਿੱਖ ਚੈਨਲ ਵੀ ਆਪਣੇ ਆਪ ਵੱਲੋਂ ਯਤਨ ਕਰ ਰਿਹਾ ਹੈ ਔਰ ਸਿੱਖ ਚੈਨਲ ਦੀ ਟੀਮ ਤੁਹਾਨੂੰ ਪਤਾ ਹੈ ਕਿ ਜਾ ਕੇ ਅਸੀਂ ਉੱਥੇ ਉਹ ਜਿਹੜੇ ਇਹ ਸ਼ਰਨਾਰਥੀ ਕੈਂਪ ਹਨ ਜਿੱਥੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ, ਬੱਚਿਆਂ ਨੂੰ ਜਿੱਥੇ ਰੱਖਿਆ ਜਾ ਰਿਹਾ ਹੈ, ਉਹਨਾਂ ਦੀਆਂ ਬੜੀਆਂ ਹੀ ਮੁਸ਼ਕਲਾਂ ਹਨ, ਬੜੀਆਂ ਹੀ ਮੁਸੀਬਤਾਂ ਹਨ, ਕਿਉਂਕਿ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ, ਖਾਸ ਤੌਰ ਤੇ ਜਿਹੜੇ ਬੱਚੇ ਆ ਨਿੱਕੇ ਨਿੱਕੇ, ਸਭ ਤੋਂ ਜ਼ਿਆਦਾ ਜੇ ਕਹੀਏ ਗਿਣਤੀ ਜਿਹੜੀ ਹੋਵੇਗੀ ਉਹ ਬੱਚਿਆਂ ਦੀ ਤੇ ਔਰਤਾਂ ਦੀ ਹੈ, ਜਿਨ੍ਹਾਂ ਨੂੰ ਨਾ ਉੱਥੇ ਸੌਣ ਵਾਸਤੇ ਕੋਈ ਸਹੂਲਤ ਹੈ, ਨਾ ਉੱਥੇ ਉਹਨਾਂ ਨੂੰ, ਚਲੋ ਹੁਣ ਤਾਂ ਠੰਡ ਘਟ ਰਹੀ ਹੈ, ਪਹਿਲੀਆਂ ਦੇ ਵਿੱਚ ਦੇਖਿਆ ਕਿ ਉੱਥੇ ਬਹੁਤ ਠੰਡ ਪੈ ਰਹੀ ਸੀ, ਬੜੀ ਉੱਥੇ ਬੁਰਾ ਹਾਲ ਸੀ। ਤੇ ਨਿੱਕੇ ਨਿੱਕੇ ਜਿਹੜੇ ਬੇਬੀਜ਼ ਨੇ, ਬੱਚੇ ਨੇ, ਨਾ ਉੱਥੇ ਉਹਨਾਂ ਦੇ ਕੋਲ ਹੁਣ ਪੈਸਾ ਹੈ ਦੁਕਾਨਾਂ ਤੇ ਜਾਣ ਦਾ। ਫਿਰ ਸਿੱਖ ਚੈਨਲ ਦੀ ਟੀਮ ਨੇ ਪਿਆਰੇ ਦਰਸ਼ਕੋ ਤੁਹਾਡੀ ਮਦਦ ਦੇ ਨਾਲ ਜੋ ਤੁਸੀਂ ਤਿਲ ਫੁੱਲ ਭੇਟਾ ਕੀਤੀ ਆ ਉਹ ਸਾਰੀ ਅਸੀਂ ਉਹਨਾਂ ਸ਼ਰਨਾਰਥੀ ਕੈਂਪਾਂ ਦੇ ਵਿੱਚ ਜਾ ਕੇ ਦਿੰਦੇ ਰਹੇ ਹਾਂ। ਤੇ ਇਹ ਅੱਜ ਦੀ ਫਿਰ ਅਸੀਂ ਇੱਕ ਦੀ ਅਪੀਲ ਆਪ ਜੀ ਨੂੰ ਅਸੀਂ ਜਾਰੀ ਕਰਦੇ ਹਾਂ ਕਿ ਸਾਰੇ ਜਿੰਨੇ ਵੀ ਦੇਸ਼ ਦੇਸ਼ਾਂਤਰਾਂ ਦੇ ਸਿੱਖ ਚੈਨਲ ਦੇ ਦਰਸ਼ਕ ਨੇ ਉਹ ਆਪਣਾ ਆਪਣਾ ਯੋਗਦਾਨ ਜ਼ਰੂਰ ਪਾਓ। ਔਰ ਅਸੀਂ ਪਹਿਲਾਂ ਤਸਵੀਰਾਂ ਦੇਖ ਰਹੇ ਸੀ, ਠੀਕ ਹੈ, ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਨੇ, ਦੁਨੀਆ ਦੀਆਂ ਸੰਚਾਰ ਮਾਧਿਅਮ ਕੰਪਨੀਆਂ ਨੇ, ਜਿਸ ਤਰ੍ਹਾਂ ਸਿੱਖ ਚੈਨਲ ਵੀ ਆਪਣਾ ਮੀਡੀਆ ਹੈ, ਉਹ ਵੀ ਉੱਥੇ ਜਾ ਕੇ ਤੁਹਾਨੂੰ ਰਿਪੋਰਟਿੰਗ ਦੇ ਰਹੇ ਨੇ। ਪਰ ਇੱਕ ਰਿਪੋਰਟ ਦੇ ਮੁਤਾਬਕ ਪਿਛਲੇ ਦਿਨਾਂ ਦੇ ਵਿੱਚ BBC ਨੂੰ ਇੱਥੋਂ ਦੀ ਗਵਰਨਮੈਂਟ ਦੇ ਵੱਲੋਂ ਜਿਹੜੀ ਕਿ ਤੁਸੀਂ ਟੀਵੀ ਦਾ ਲਾਇਸੈਂਸ ਦਿੰਦੇ ਹੋ 150 ਜਾਂ 160 ਪਾਉਂਡ ਜਿੰਨੀ ਵੀ ਫੀਸ ਬਣਦੀ ਹੈ, ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੰਨੇ ਖਰਚਿਆਂ ਦੇ ਬਾਵਜੂਦ ਵੀ ਬਰਤਾਨਵੀ ਸਰਕਾਰ ਨੇ 40 ਲੱਖ ਪਾਉਂਡ ਹੋਰ ਦਿੱਤਾ ਹੈ BBC ਨੂੰ ਆ ਯੂਕਰੇਨ ਦੀ ਖਬਰ ਨੂੰ ਸਿਰਫ ਖਬਰਾਂ ਦੇਣ ਵਾਸਤੇ। ਪਰ ਜੋ ਅਸੀਂ ਸਿੱਖ ਚੈਨਲ ਨੇ ਜੋ ਕੀਤਾ ਜਾ ਕੇ ਤੁਹਾਨੂੰ ਖਬਰਾਂ ਦੇ ਨਾਲ ਨਾਲ ਤੁਹਾਡੇ ਵੱਲੋਂ ਭੇਜਿਆ ਜਿਹੜਾ ਸਹਿਯੋਗ ਹੈ ਉਹ ਵੀ ਉਹਨਾਂ ਪਰਿਵਾਰਾਂ ਤੱਕ, ਉਹਨਾਂ ਗਰੀਬਾਂ, ਬੱਚਿਆਂ, ਔਰਤਾਂ, ਬਜ਼ੁਰਗਾਂ ਤੱਕ ਪਹੁੰਚਾਉਣ ਦਾ ਪੂਰਾ ਯਤਨ ਕੀਤਾ ਹੈ। ਜੇ 40 ਲੱਖ ਪਾਉਂਡ ਸਾਡੇ ਸਿੱਖ ਚੈਨਲ ਦੇ ਕੋਲ ਹੁੰਦਾ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਸੀ, ਉਹਨਾਂ ਲੋਕਾਂ ਨੂੰ, ਉਹਨਾਂ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਦੇ ਸਕਦੇ ਸੀ। ਪਰ ਫਿਰ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ, ਸਾਰੇ ਦਾਨੀ ਸੱਜਣਾਂ ਦਾ, ਭੈਣਾਂ ਭਰਾਵਾਂ, ਵੀਰਾਂ ਦਾ, ਬਜ਼ੁਰਗਾਂ ਦਾ, ਜਿਨ੍ਹਾਂ ਨੇ ਇਹਨਾਂ ਗਰੀਬਾਂ ਦੀ ਮਦਦ ਵਾਸਤੇ ਸਾਨੂੰ ਆਪਣੀ ਪੂਰੀ ਜਿਹੜੀ ਸਹਾਇਤਾ ਭੇਜੀ ਆ। ਔਰ ਜਲਦੀ ਹੀ ਸਿੱਖ ਚੈਨਲ ਦੀ ਟੀਮ ਦੁਬਾਰਾ ਉੱਥੇ ਫੇਰ ਜਾ ਰਹੀ ਹੈ ਔਰ ਇਹਨਾਂ ਗਰੀਬਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਜਾ ਕੇ ਦੇਣ ਦੀ। ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਨਿੱਕੇ ਬੱਚਿਆਂ ਨੂੰ ਖਾਸ ਤੌਰ ਜਿਹੜਾ ਬੇਬੀ ਫੂਡ ਹੈ ਜਾਂ ਲੇਡੀਜ਼ ਨੂੰ ਜਿਹੜੀ ਸੈਨੀਟਰੀ ਜਿਹੜੀ ਸਪਲਾਈ, ਸਮਾਨ ਦੀ ਸਪਲਾਈ ਦੀ ਬੜੀ ਲੋੜ ਹੈ, ਉਹਦੇ ਵਾਸਤੇ ਸਾਡੇ ਯਤਨ ਹਨ ਕਿ ਆਪਾਂ ਇਹਨਾਂ ਦੇ ਵਾਸਤੇ ਕੁਛ ਨਾ ਕੁਛ ਕਰੀਏ।
ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਤੁਹਾਡੇ ਸਹਿਯੋਗ ਦੀ ਸਾਨੂੰ ਲੋੜ ਹੈ। ਵੱਧ ਤੋਂ ਵੱਧ ਤੁਹਾਡਾ ਜਿਹੜਾ ਸਹਿਯੋਗ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨਾਂ ਬੱਚਿਆਂ ਵਾਸਤੇ, ਕਿਉਂਕਿ ਉੱਥੇ ਬਹੁਤ ਸਾਰੇ ਸੈਂਟਰ ਹਨ, ਬਹੁਤ ਸਾਰੇ ਸ਼ਰਨਾਰਥੀ ਕੈਂਪ ਹਨ ਜਿੱਥੇ ਇਹਨਾਂ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ। ਸੋ ਤੁਸੀਂ ਟੈਲੀਫੋਨ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਵੀ ਰਹੇ ਹਾਂ, ਪਰ ਜੋ ਟੈਲੀਫੋਨ ਨੰਬਰ ਹੈ ਸਿੱਖ ਚੈਨਲ ਦਾ 0121-380-1050। ਸੋ ਪਿਆਰੇ ਦਰਸ਼ਕਾਂ ਨੂੰ ਸਾਡਾ ਨੰਬਰ ਤੇ ਯਾਦ ਹੀ ਹੈ ਕਿ ਬਰਮਿੰਘਮ ਦਾ ਜੋ ਕੋਡ ਹੈ 0121-0121-380-1050। ਇਸ ਨੰਬਰ ਦੇ ਉੱਤੇ ਟੈਲੀਫੋਨ ਕਰਕੇ ਇਹ ਜਿਹੜੇ ਬੱਚੇ ਦੇਖ ਰਹੇ ਆ ਇਹਨਾਂ ਦਾ ਕੀ ਹਾਲ ਹੋਵੇਗਾ ਇਹ ਦੇਖ ਨਹੀਂ ਹੋ ਰਿਹਾ ਹੈਗਾ। ਸੋ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਪੂਰਾ ਯਤਨ ਕਰ ਰਹੇ ਹਾਂ ਕਿ ਇਹਨਾਂ ਸੰਗਤਾਂ ਤੱਕ ਜਿਹੜਾ ਤੁਹਾਡਾ ਸਹਿਯੋਗ ਹੈ, ਤੁਹਾਡਾ ਦਸਵੰਧ ਹੈ ਉਹ ਪਹੁੰਚਾਇਆ ਜਾ ਰਿਹਾ ਹੈ। ਜਿਵੇਂ ਕਿ ਪਤਾ ਹੈ ਕਿ ਵਿਸਾਖੀ ਦਾ ਦਿਨ ਆਪਾਂ ਮਨਾਇਆ ਹੈ, ਹੁਣ ਗੁਰੂ ਤੇਗ ਬਹਾਦਰ ਜੀ ਦਾ ਜੋ ਪੁਰਬ ਆ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਨੇ ਵੀ ਕਿੱਡੀ ਵੱਡੀ ਸ਼ਹੀਦੀ ਦਿੱਤੀ, ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾ ਕੇ ਉਹਨਾਂ ਨੇ ਆਪਣਾ ਸ਼ਹੀਦੀ ਦਿੱਤੀ ਜਾ ਕੇ। ਸੋ ਅਸੀਂ ਉਹਨਾਂ ਗੁਰੂਆਂ ਦੀ ਜੋ ਉਪਦੇਸ਼ ਹੈ ਉਹਨਾਂ ਦੇ ਤਹਿਤ ਅਸੀਂ ਇਹੀ ਯਤਨ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਸਹਿਯੋਗ ਆ ਸਿੱਖ ਚੈਨਲ ਦੇ ਰਾਹੀਂ ਇਹਨਾਂ ਲੋਕਾਂ ਤੱਕ ਪਹੁੰਚਾਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਦੇ ਪ੍ਰੋਗਰਾਮ ਦੇ ਤੱਕ ਰੱਖੋ ਤੁਸੀਂ ਉਡੀਕ। ਕੱਲ ਨੂੰ ਅਸੀਂ ਹੋਰ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਜੋ ਕਿ ਉੱਥੇ ਇਸ ਵੇਲੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਪਰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। 13 ਸਾਲ ਤੋਂ ਸਿੱਖ ਚੈਨਲ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ, ਤੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਜਿਹੜਾ ਸਾਡਾ ਸਾਜ਼ੋ ਸਮਾਨ ਹੈ, ਕੈਮਰੇ ਹਨ ਸਟੂਡੀਓ ਦੇ ਜਾਂ ਮਸ਼ੀਨਾਂ ਹਨ, ਉਹ ਵੀ 13-14 ਸਾਲ ਹੁਣ ਪੁਰਾਣੀਆਂ ਹੋ ਗਈਆਂ ਨੇ, ਵੀ ਉਹ ਵੀ ਜਿਹੜਾ ਇਕਵਿਪਮੈਂਟ ਲੈਣ ਦੀ ਸਾਨੂੰ ਬੜੀ ਲੋੜ ਹੈ। ਇਸ ਕਰਕੇ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਅਖੀਰ ਦੇ ਵਿੱਚ ਕਿ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ। ਖਾਸ ਤੌਰ ਤੇ ਜਿਹੜਾ ਯੂਕਰੇਨ ਦਾ ਅਪੀਲ ਹੈ, ਕ੍ਰਾਈਸਿਸ ਹੈ ਸਾਡਾ, ਰਿਫਿਊਜੀਜ਼ ਦਾ, ਸ਼ਰਨਾਰਥੀਆਂ ਨੂੰ ਮਦਦ ਦੇਣ ਵਾਸਤੇ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਤੋਂ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ ਜੀ, ਵਿਦਾਇਗੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।